ਤਾਂ ਅੱਜ ਚਰਚਾ ਇਸ ਗਠਜੋੜ ਜਾਂ ਸੰਭਾਵੀ ਗਠਜੋੜ ਜਾਂ ਗਠਜੋੜ ਨੂੰ ਲੈ ਕੇ ਜੋ ਚਰਚਾਵਾਂ ਨੇ ਉਸ ਦੇ ਉੱਤੇ ਹੋਏਗੀ। ਇਹ ਚਰਚਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੀਆਂ ਸਿਆਸਤ ਦੀਆਂ ਦੋ ਵੱਡੀਆਂ ਪਾਰਟੀਆਂ ਨੇ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜੋ ਇਸ ਸਮੇਂ ਸੈਂਟਰ ਦੇ ਵਿੱਚ ਸੱਤਾ ਦੇ ਵਿੱਚ ਹੈ। ਪੁਆਇੰਟ ਨੰਬਰ 2 ਇਹ ਵੀ ਹੈ ਕਿ ਦੋਵੇਂ ਪਾਰਟੀਆਂ ਇੱਕ ਲੰਬੇ ਵੇਲੇ ਤੱਕ ਇਕੱਠੀਆਂ ਰਹੀਆਂ ਨੇ, ਇਕੱਠੀਆਂ ਇਲੈਕਸ਼ਨ ਲੜਦੀਆਂ ਰਹੀਆਂ ਔਰ ਪੰਜਾਬ ਦੀ ਸੱਤਾ ਦੇ ਉੱਤੇ ਵੀ ਕਾਬਜ਼ ਰਹੀਆਂ। ਅੱਜ ਇਸ ਕਰਕੇ ਚਰਚਾ ਇਸ ਪੂਰੇ ਗਠਜੋੜ ਦੀਆਂ ਚਰਚਾਵਾਂ ਦੇ ਉੱਪਰ। ਚਰਚਾ ਦੀ ਸ਼ੁਰੂਆਤ ਕਰੀਏ, ਮਹਿਮਾਨਾਂ ਦਾ ਰੁਖ ਕਰਾਂ ਪਰ ਉਸ ਤੋਂ ਪਹਿਲਾਂ ਕੁਝ ਡਿਬੇਟ ਪੁਆਇੰਟਸ ਹਰ ਰੋਜ਼ ਦੀ ਤਰ੍ਹਾਂ ਉਹਨਾਂ ਦੇ ਉੱਤੇ ਨਜ਼ਰ, ਜਿਨ੍ਹਾਂ ਦੇ ਉੱਤੇ ਕੇਂਦਰਿਤ ਅੱਜ ਦੀ ਇਹ ਪੂਰੀ ਚਰਚਾ ਰੱਖਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਡਿਬੇਟ ਦੇ ਵਿੱਚ ਪਹਿਲਾ ਪੁਆਇੰਟ ਹੈ, ਡਿਬੇਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਲਈ ਕਿ ਗਠਜੋੜ ਜ਼ਰੂਰੀ ਹੈ, ਕਿ ਵਾਕਈ ਦੋਵੇਂ ਪਾਰਟੀਆਂ ਦੇ ਲਈ ਗਠਜੋੜ ਜ਼ਰੂਰੀ ਹੈ, ਹੋਣਾ ਚਾਹੀਦਾ ਹੈ। ਇਸ ਦੇ ਉੱਤੇ ਗੱਲਬਾਤ ਹੋਏਗੀ। ਦੂਜਾ ਪੁਆਇੰਟ, ਇੱਕ ਪਾਸੇ ਖੂਬ ਚਰਚਾਵਾਂ ਵੀ ਨੇ ਤੇ ਦੂਜੇ ਪਾਸੇ ਖੰਡਨ ਵੀ ਹੈ। ਚਰਚਾਵਾਂ ਵੀ ਖੰਡਨ ਵੀ, ਇਹ ਦੋਵੇਂ ਆਖਿਰ ਪੈਰਲਲ ਕਿਵੇਂ ਚੱਲ ਰਿਹਾ ਹੈ ਉਹ ਕਿਹਾ ਜਾਂਦਾ ਹੈ ਕਿ ਇਸ ਦੇ ਉੱਪਰ ਮੈਂ ਸਪੈਸੀਫਿਕਲੀ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ ਅਕਾਲੀ ਦਲ ਬੀਜੇਪੀ ਤੋਂ। ਉਹ ਕਿਹਾ ਜਾਂਦਾ ਹੈ ਕਿ ਜੇਕਰ ਕਿਤੇ ਧੂਆਂ ਉੱਠ ਰਿਹਾ ਹੈ ਤਾਂ ਕਿਤੇ ਨਾ ਕਿਤੇ ਤਾਂ ਕੋਈ ਅੱਗ ਲੱਗੀ ਹੋਏਗੀ, ਤਾਂ ਕਿ ਉਸ ਤਰੀਕੇ ਨਾਲ, ਉਸ ਨਜ਼ਰੀਏ ਨਾਲ ਇਸ ਪੂਰੀ ਖਬਰ ਨੂੰ ਦੇਖਿਆ ਜਾਵੇ। ਤੇ ਤੀਜਾ ਪੁਆਇੰਟ ਕਿ ਜੇਕਰ ਗਠਜੋੜ ਦੀਆਂ ਸੰਭਾਵਨਾਵਾਂ ਜਾਂ ਚਰਚਾਵਾਂ ਚੱਲ ਰਹੀਆਂ ਤੇ ਫਿਰ ਪੇਚ ਫਸਿਆ ਕਿੱਥੇ ਹੋਇਆ, ਕਿ ਵਾਕਈ ਕਿਸੇ ਮੁੱਦੇ ਨੂੰ ਲੈ ਕੇ ਜਾਂ ਫਿਰ ਸੀਟਾਂ ਦੇ ਕੰਬੀਨੇਸ਼ਨ ਨੂੰ ਲੈ ਕੇ, ਸੀਟਾਂ ਦੀ ਵੰਡ ਨੂੰ ਲੈ ਕੇ, ਕਿ ਉੱਥੇ ਕੋਈ ਪੇਚ ਫਸਿਆ ਹੋਇਆ। ਅੱਜ ਚਰਚਾ ਇਸ ਦੇ ਉੱਤੇ ਵੀ ਹੋਈ। शुरुआत करते हैं, पहला तारुफ करवावांगे अज दे मेहमानां दे नाल। साडे नाल अमरदीप सिंह धारनी जी जुड़ रहे ने, श्रोमणी अकाली दल नूं रिप्रेजेंट करनगे। ते साडे नाल SS चन्नी जी जुड़ रहे ने, भारतीय जनता पार्टी बीजेपी नूं रिप्रेजेंट करनगे। चन्नी जी बहुत बहुत स्वागत है। इस दे नाल ही साडे नाल सरबजीत सिंह पंधेड़ जी जुड़ रहे ने, सीनियर जर्नलिस्ट ने। पंधेड़ साहब बहुत बहुत स्वागत है न्यूज़ 18 पंजाब दे उत्ते। ते साडे नाल प्रणव जी जुड़ रहे ने, प्रणव धवन जी आम आदमी पार्टी ਨੂੰ ਰਿਪਰੈਜ਼ੈਂਟ ਕਰਨਗੇ। ਤਵਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਤੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਅੱਜ ਅਕਾਲੀ ਦਲ ਤੋਂ। ਅਕਾਲੀ ਦਲ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ। ਧਾਰਨੀ ਸਾਹਿਬ, ਇਹ ਚਰਚਾਵਾਂ ਕਨਸੋਆਂ ਤੁਹਾਡੇ ਵੱਡੇ ਲੀਡਰ ਜ਼ਰੂਰ ਇਸ ਤੋਂ ਕਿਨਾਰਾ ਕਰ ਰਹੇ ਨੇ, ਖੰਡਨ ਕਰ ਰਹੇ ਨੇ, ਪਰ ਗੱਲ ਇਹ ਹੈ ਕਿ ਬਹੁਤ ਸਾਰੀਆਂ ਸਟੇਟਮੈਂਟ ਐਸੀਆਂ ਵੀ ਤੁਹਾਡੀ ਪਾਰਟੀ ਦੇ ਲੀਡਰਸ ਦੀਆਂ ਆਈਆਂ ਨੇ ਜੋ ਇਸ਼ਾਰਾ ਕਰਦੀਆਂ ਨੇ ਕਿ ਹਾਂ ਉਸ ਵਾਲੇ ਪਾਸੇ ਕੋਈ ਗੱਲ ਹੋ ਰਹੀ ਹੈ ਜਾਂ ਹੋ ਸਕਦੀ ਹੈ। गौरव देखो, ये ਜਿਹੜੀਆਂ ਹੈਗੀਆਂ ਚਰਚਾਵਾਂ ਜਾਂ ਕਿਸੇ ਦੀਆਂ ਕਿਆਸ ਰਾਈਆਂ ਜੀ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਨਾ, ਉਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਨੇ ਅੱਜ ਸਭ ਦੇ ਸਾਹਮਣੇ ਨਕਾਰ ਕੇ ਰੱਖ ਦਿੱਤਾ ਹੈਗਾ। ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ 4 ਤਰੀਕ ਨੂੰ ਸਾਡੇ ਪ੍ਰਧਾਨ ਸਾਹਿਬ ਵਾਪਸ ਆਏ ਹੈਗੇ ਆ ਬਾਹਰ ਵਿਦੇਸ਼ ਤੋਂ ਜੀ, ਔਰ ਉਸ ਤੋਂ ਬਾਅਦ ਇਹ ਕਿਉਂਕਿ ਕਾਫੀ ਅਰਸਾ ਪੈ ਗਿਆ ਸੀ, ਜਿਹੜੀਆਂ ਅੱਗੇ ਜਿਹੜੀਆਂ ਮੀਟਿੰਗਾਂ ਹੁੰਦੀਆਂ, ਵੀਕਲੀ ਮੀਟਿੰਗਾਂ, ਮੰਥਲੀ ਮੀਟਿੰਗਾਂ, ਉਹ ਮੀਟਿੰਗਾਂ ਜਿਹੜੀਆਂ ਹੈਗੀਆਂ ਪਾਰਟੀ ਪ੍ਰਧਾਨਾਂ ਦੇ ਨਾਲ, ਪਾਰਟੀ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਆ ਜਾਂ ਕੋਰ ਕਮੇਟੀ ਦੇ ਨਾਲ, ਇਹ ਮੀਟਿੰਗਾਂ ਦਾ ਇੱਕ ਅੱਜ ਜਿਹੜਾ ਰੱਖਿਆ ਵਾ ਸੀ। ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਇਹ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਚਰਚਾ ਜਿਹੜੀ ਸਾਰੀ ਹੈਗੀ ਆ ਮੀਡੀਆ ਨੇ ਜ਼ਿਆਦਾ ਬਣਾਈ ਵੀ ਸੀ, ਕਿਉਂਕਿ ਕੱਲ ਵੀ ਮੈਨੂੰ ਯਾਦ ਹੈ ਮੈਂ ਇੱਕ ਨੈਸ਼ਨਲ ਚੈਨਲ ਤੇ ਬੈਠਾ ਸੀ, ਉੱਥੇ ਵੀ ਡਿਬੇਟ ਇਹੀ ਸੀ ਕਿ ਜਿਹੜਾ ਹੈਗਾ ਇਹਦੇ ਪਿੱਛੇ ਇੱਕ ਸੁਭਾਵਕ ਹੈਗਾ। ਦੇਖੋ, ਸੁਭਾਵਕ ਇਹ ਹੈਗਾ, ਮੈਂ ਤੁਹਾਨੂੰ ਓਨੈਸਟਲੀ ਇਹ ਗੱਲ ਦੱਸ ਰਿਹਾ ਕਿ ਦੇਖੋ 2024 ਦੇ ਵਿੱਚ ਇਲੈਕਸ਼ਨ ਆਉਣ ਵਾਲੀ ਹੈਗੀ ਆ ਜੀ, ਇਲੈਕਸ਼ਨ ਆਉਣ ਵਾਲੀ ਹੈਗੀ ਆ, ਤਾਂ ਇਲੈਕਸ਼ਨ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਦੇ ਵਿੱਚ ਜੋੜ ਤੋੜ ਚੱਲ ਰਿਹਾ ਹੈਗਾ। ਔਰ ਪੰਜਾਬ ਦੇ ਵਿੱਚ ਕਿਉਂਕਿ ਪਿਛਲੇ ਜਿਹੜਾ ਵਰਤਮਾਨ ਆਪਣਾ ਜਿਹੜਾ ਹੈਗਾ ਭਵਿੱਖ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਦਾ ਔਰ ਅਕਾਲੀ ਦਲ ਦਾ ਅਲਾਇੰਸ ਰਿਹਾ, ਤਾਂ ਇਹ ਕਿਆਸ ਰਾਇਮਾਂ ਨੂੰ ਜਿਹੜਾ ਹੈਗਾ ਇੱਕ ਆਧਾਰ ਬਣਾ ਕੇ ਜਿਹੜਾ ਹੈਗਾ ਮੀਡੀਆ ਨੇ ਇਸ ਗੱਲ ਨੂੰ ਚੱਕਣਾ ਸ਼ੁਰੂ ਕਰਤਾ। ਬਲਕਿ ਇਹ ਗੱਲਾਂ ਅੱਜ ਕਲੀਅਰ ਹੋ ਗਈਆਂ। ਠੀਕ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਕਰਤੀਆਂ ਔਰ ਦੂਜੀ ਪਾਰਟੀਆਂ ਨੇ ਵੀ ਕਰਤੀਆਂ। ਮਤਲਬ ਤੁਸੀਂ ਕਲੀਅਰ ਹੋ ਕਿ ਕੋਈ ਗੱਠਜੋੜ ਨਹੀਂ ਹੋ ਰਿਹਾ, ਨਾ ਤੁਹਾਨੂੰ ਲੋੜ ਹੈ? ਨਹੀਂ, ਬਿਲਕੁਲ। ਦੇਖੋ, ਗੱਲ ਇਹ ਹੈਗੀ ਹੈ ਜੀ, ਇਹ ਮੈਂ ਨਾ ਇੱਕ ਦੇਖੋ, ਮੈਂ ਇਹ ਬਿਲਕੁਲ ਅਕਾਲੀ ਸਿਆਸਤ ਤੋਂ ਔਰ ਬੀਜੇਪੀ ਸਿਆਸਤ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ ਹੈਗਾ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਅੱਜ ਅੱਗੇ ਵੀ ਜਦੋਂ ਇਲੈਕਸ਼ਨ ਲੜਦੇ ਆ, ਜਦੋਂ ਇਲੈਕਸ਼ਨਾਂ ਹੁੰਦੀਆਂ ਨੈਸ਼ਨਲ ਲੈਵਲ ਤੇ ਇਲੈਕਸ਼ਨਾਂ ਹੁੰਦੀਆਂ, ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੁੰਦੀਆਂ, ਤਾਂ ਉੱਥੇ ਆਮ ਤੌਰ ਤੇ ਨਾ 2 ਗਰੁੱਪ ਬਣ ਜਾਂਦੇ ਆ।
ਇੱਕ ਗਰੁੱਪ ਜਿਹੜਾ ਇੱਕ ਪਾਸੇ ਹੁੰਦਾ, ਦੂਜਾ ਦੂਜੇ ਪਾਸੇ ਹੁੰਦਾ। ਜੀ। ਔਰ ਅੱਜ ਜਿਹੜਾ ਹੈਗਾ ਜਿਹੜੀਆਂ ਕਿਆਸ ਰਾਈਆਂ ਕੱਲ ਤੋਂ ਚੱਲ ਰਹੀਆਂ ਸੀ, ਇਹ ਉਸੇ ਦਾ ਨਤੀਜਾ ਹੈਗਾ। ਅਦਰਵਾਈਜ਼ ਗੱਲ ਕੋਈ ਅੱਜ ਤੱਕ ਕੋਈ ਕਿਸੇ ਕਿਸਮ ਦੀ ਇਹਦੇ ਤੇ ਨਾ ਹੋਈ ਆ, ਨਾ ਕਰੀ ਗਈ ਹੈਗੀ। ਠੀਕ ਹੈ, ਚਲੋ ਹੁਣ ਥੋੜਾ ਜਿਹਾ ਇੰਤਜ਼ਾਰ ਕਰਿਓ, ਆਪਾਂ ਸਾਰੇ ਮਹਿਮਾਨਾਂ ਦਾ ਰੁਖ ਕਰ ਲਈਏ। ਮੈਂ ਚੰਨੀ ਦਾ ਰੁਖ ਕਰਦਾ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਚੰਨੀ ਸਾਹਿਬ। ਕਨਸੋਆਂ ਬਹੁਤ ਸਾਰੀਆਂ ਨੇ, ਤੁਸੀਂ ਵੀ ਖੰਡਨ ਕਰੋਗੇ ਜਾਂ ਕੋਈ ਖਬਰ ਦਵੋਗੇ ਇਸ ਡਿਬੇਟ ਦੇ ਵਿੱਚ? ਗੌਰਵ ਜੀ, ਦੇਖੋ ਗੱਲ ਇਹ ਹੈਗੀ ਹੈ ਕਿ ਸਾਡੇ ਜਿਹੜੇ ਪ੍ਰਭਾਰੀ ਨੇ ਵਿਜੇ ਰੂਪਾਨੀ ਜੀ, ਫਾਰਮਰ ਚੀਫ ਮਿਨਿਸਟਰ ਗੁਜਰਾਤ, ਔਰ ਸਾਡੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸ਼੍ਰੀ ਸੁਨੀਲ ਕੁਮਾਰ ਜੱਟ ਜੀ, ਉਹਨਾਂ ਨੇ ਗੱਲ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੀ ਹੈਗੀ ਹੈ। ਔਰ ਇਹੀ ਗੱਲ ਜਿਹੜੀ ਸਾਡੀ ਨੈਸ਼ਨਲ ਐਗਜ਼ੈਕਟਿਵ ਹੈ ਜਾਂ ਸਾਡੇ ਕੌਮੀ ਲੀਡਰ ਨੇ, ਉਹਨਾਂ ਵੱਲੋਂ ਵੀ ਇਹ ਗੱਲ ਤਾਕੀਦ ਹੋਈ ਹੈ ਕਿ ਬੜੀ ਮੁਸ਼ਕਲ ਦੇ ਨਾਲ ਬੀਜੇਪੀ ਨੂੰ ਇੱਕ ਆਪਰਚੂਨਿਟੀ ਮਿਲੀ ਹੈ ਕਿ ਉਹ ਸਾਰੇ ਪੰਜਾਬ ਦੇ ਵਿੱਚ ਆਪਣੀ ਜਿਹੜੀ ਪਹਿਚਾਣ ਹੈਗੀ ਆ ਉਹ ਬਣਾ ਸਕੇ, ਔਰ ਆਪਣਾ ਜਿਹੜਾ ਕਾਡਰ ਬੇਸ ਹੈਗਾ ਜਾਂ ਲੋਕਾਂ ਦੇ ਵਿੱਚ ਜਾ ਕੇ ਸਾਰੀ ਜਿਹੜੀ ਹੈ ਵੈਰੀ ਰਿਸਪੌਂਸਿਬਲ ਪਾਰਟੀ ਅਕ੍ਰੋਸ ਦੀ ਸਟੇਟ ਕਰ ਸਕੇ। ਸੋ ਇਹ ਸਾਨੂੰ ਇੱਕ ਬਹੁਤ ਵੱਡੀ ਆਪਰਚੂਨਿਟੀ ਮਿਲੀ, ਕਿਉਂਕਿ ਹੁਣ 24 ਸਾਲਾਂ ਦਾ ਜਿਹੜਾ ਸਾਡਾ ਗਠਬੰਧਨ ਸੀ ਉਹਦੇ ਵਿੱਚ ਤਾਂ ਬੜਾ ਸੁੰਗੜ ਕੇ ਅਸੀਂ ਚੱਲੇ, ਕਿਉਂਕਿ ਸਾਡੇ ਕੋਲ 23 ਸੀਟਾਂ ਸੀਗੀਆਂ ਤੇ 193 ਸੀਟਾਂ ਤੇ ਜਿਹੜਾ ਸੀਗਾ ਆਪਣਾ ਅਕਾਲੀ ਦਲ ਇਹ ਲੜਦੇ ਸੀਗੇ, ਤੇ ਸਾਨੂੰ ਇਹ ਵੀ ਅਧਿਕਾਰ ਨਹੀਂ ਸੀਗਾ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਆਪਦਾ ਕੋਈ ਵੋਟਰ ਜਾਂ ਕੋਈ ਇਨਰੋਲਮੈਂਟ ਕਿਸੇ ਤਰ੍ਹਾਂ ਦੀ ਕਰ ਸਕਦੇ। ਉਹ ਇੱਕ ਗੋਡ ਸੈਂਟ ਆਪਰਚੂਨਿਟੀ ਹੈਗੀ ਹੈ ਬੀਜੇਪੀ ਵਾਸਤੇ ਕਿ ਅਸੀਂ ਆਪਣੇ ਬਲ ਤੇ ਔਰ ਆਪਣੀਆਂ ਪਾਲਿਸੀਆਂ ਦੇ ਨਾਲ ਹੋਰ ਤੁਹਾਨੂੰ ਮੈਂ ਗੱਲ ਦੱਸਾਂ, ਇਸ ਸਾਰੇ ਹਿੰਦੁਸਤਾਨ ਦੇ ਵਿੱਚ ਆਪਾਂ ਕਹਿੰਦੇ ਰੂਰਲ ਤੇ ਅਰਬਨ ਦੀਆਂ ਗੱਲਾਂ ਅਸੀਂ ਕਰਦੇ ਹਾਂ, ਤੇ 303 ਸੀਟਾਂ ਜਿਹੜੀਆਂ ਬੀਜੇਪੀ ਦੀਆਂ ਹੈਗੀਆਂ ਨੇ ਉਹਦੇ ਵਿੱਚੋਂ 80% ਤੋਂ ਜ਼ਿਆਦਾ ਜਿਹੜੀਆਂ ਸੀਟਾਂ ਹੈਗੀਆਂ ਨੇ ਉਹ ਹਿੰਦੁਸਤਾਨ ਦੇ ਰੂਰਲ ਏਰੀਆ ਤੋਂ ਆ ਰਹੀਆਂ। ਤੇ ਜੇ ਅਸੀਂ ਪਾਕਿਸਤਾਨ ਦੇ ਵਿੱਚ ਕਾਮਯਾਬ ਹੋ ਸਕਦੇ ਆ ਰੂਰਲ ਏਰੀਆ ਦੇ ਵਿੱਚ, ਫਿਰ ਪੰਜਾਬ 'ਚ ਕਿਉਂ ਨਹੀਂ ਹੋ ਸਕਦੇ? ਤੇ ਸਾਨੂੰ ਸਿਰਫ ਇੱਕੋ ਹੀ ਚੀਜ਼ ਹੈ ਕਿ ਸਾਡੇ ਤੇ ਕੋਈ ਬੰਦਿਸ਼ ਨਾ ਹੋਵੇ, ਤੇ ਜਿਹੜੀਆਂ ਇੰਡੀਆ ਵਧੀਆ ਪਾਲਿਸੀਜ਼ ਹੈਗੀਆਂ ਨੇ ਬੀਜੇਪੀ ਗਵਰਨਮੈਂਟ ਨਰਿੰਦਰ ਮੋਦੀ ਜੀ ਦੀਆਂ, ਉਹਨਾਂ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਤੇ ਲੋਕਾਂ ਨੂੰ ਆਪਣੇ ਨਾਲ ਲਾ ਸਕੀਏ। ਸਾਡੇ ਤੇ ਜਿਹੜੀ ਬੰਦਿਸ਼ ਸੀਗੀ ਵੀ ਅਸੀਂ ਗੱਲ ਹੀ ਨਹੀਂ ਕਰ ਸਕਦੇ, ਪਿੰਡਾਂ 'ਚ ਜਾ ਹੀ ਨਹੀਂ ਸਕਦੇ, ਉਹ ਜਿਹੜਾ ਸਾਡਾ ਬੰਧਨ ਹੈਗਾ ਟੁੱਟਣ ਦੇ ਨਾਲ। ਨਹੀਂ ਚੰਨੀ ਜੀ, ਇਹ ਪੰਜਾਬ ਬੀਜੇਪੀ ਦੇ ਲੀਡਰਾਂ ਦੀ ਦਿਲ ਦੀ ਗੱਲ ਸਮਝੀ ਜਾਵੇ, ਕਿਉਂਕਿ ਦੇਖੋ ਬੀਜੇਪੀ ਦੇ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਟੌਪ ਦੇ ਜਿਹੜੇ ਬੀਜੇਪੀ ਦੇ ਚਿਹਰੇ ਨੇ ਉਹ ਡਿਸਾਈਡ ਕਰਦੇ ਨੇ ਕਿ ਹਾਂ ਕਿਸ ਦੇ ਨਾਲ ਅਲਾਈਅੰਸ ਕਰਨਾ ਹੈ, ਨਹੀਂ ਕਰਨਾ, ਅਗਲਾ ਸਟੈਪ ਕੀ ਹੋਏਗਾ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਉਸ ਦੇ ਵਿੱਚ ਪੰਜਾਬ ਬੀਜੇਪੀ ਦੇ ਦਿਲ ਦੀ ਗੱਲ ਵੀ ਝਲਕ ਰਹੀ ਹੈ ਕਿ ਦੇਖੋ ਅਸੀਂ ਪਹਿਲਾਂ ਨਹੀਂ ਜਾ ਸਕਦੇ ਸੀ, ਬਹੁਤ ਸਾਰੇ ਵਰਕਰ ਹੋਣੇ ਆ ਜਿੱਥੇ ਸੀਟ ਅਕਾਲੀ ਦਲ ਦੇ ਕੋਲ ਸੀ ਉਹ ਬੀਜੇਪੀ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਵੀ ਸੋਚਦੇ ਹੋਣੇ ਆ ਕਿ ਅਸੀਂ ਜਾਣਾ ਚਾਹੁੰਦੇ ਆ ਤੇ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਆ, ਪਹਿਲਾਂ ਨਹੀਂ ਹੋ ਰਿਹਾ ਸੀ ਹੁਣ ਹੋ ਰਿਹਾ। ਤੇ ਇਹ ਪੰਜਾਬ ਬੀਜੇਪੀ ਦੀ ਦਿਲ ਦੀ ਗੱਲ ਕਰ ਰਹੇ ਹੋ ਜਾਂ ਬੀਜੇਪੀ ਦੀ ਸਮਝੀ ਜਾਵੇ ਇਸ ਨੂੰ? ਮੈਂ ਦੋਨਾਂ ਦੀ ਗੱਲ ਕਰ ਰਿਹਾ, ਕਿਉਂਕਿ ਪੰਜਾਬ ਬੀਜੇਪੀ ਦਾ ਇਹ ਹੈਗਾ ਕਿ ਸਾਡੇ ਕੋਲ ਇੱਕ ਅਡੰਬਰ ਹੈਗਾ ਜਿਹੜਾ ਆਪਰਚੂਨਿਟੀਜ਼ ਦਾ ਹੈਗਾ। ਤੇ ਹੁਣ ਤੁਸੀਂ ਚਾਹੇ ਪ੍ਰਿੰਟ ਮੀਡੀਆ ਲੈ ਲਓ, ਚਾਹੇ ਆਡੀਓ ਲੈ ਲਓ, ਚਾਹੇ ਟੀਵੀ ਲੈ ਲਓ, ਚਾਹੇ ਸੋਸ਼ਲ ਮੀਡੀਆ ਲੈ ਲਓ, ਜੀ ਸਾਰੇ ਤੱਕ ਪਹੁੰਚ ਚੁੱਕਿਆ ਹੈ। ਤੇ ਜਦੋਂ ਵੱਡੀਆਂ ਪਾਲਿਸੀ ਜੀ ਤੁਹਾਨੂੰ ਆਪਣੇ ਨਾਲ ਕਿਉਂ ਨਹੀਂ ਲਾ ਸਕਦੇ? ਸਾਡੇ ਵਾਸਤੇ ਇੱਕ ਬਹੁਤ ਵੱਡੀ ਆਪਰਚੂਨਿਟੀ ਹੈਗੀ, ਤੇ ਹਾਈ ਕਮਾਂਡ ਦਾ ਵੀ ਇਹੀ ਮਤ ਹੈ ਵੀ ਤੁਸੀਂ ਆਪਣੇ ਬਲ ਤੇ ਜਾਓ। 13 ਦੀਆਂ 13 ਸੀਟਾਂ ਪਾਰਲੀਮੈਂਟ ਦੀਆਂ ਔਰ 117 ਸੀਟਾਂ ਜਿਹੜੀ ਵਿਧਾਨ ਸਭਾ ਦੀਆਂ, ਉਹਦੇ ਵਿੱਚ ਆਪਣੇ ਠੀਕ ਹੈ। ਮਤਲਬ ਤੁਹਾਨੂੰ ਕਲੀਅਰ ਮੈਸੇਜ ਉੱਪਰੋਂ ਇਹੀ ਆਇਆ ਹੋਇਆ ਕਿ ਤੁਸੀਂ ਫੁੱਲ ਫਲੈਜ ਪੂਰੀਆਂ ਸੀਟਾਂ ਦੇ ਉੱਤੇ ਤਿਆਰੀ ਕਰੋ, ਹਰ ਥਾਂ ਦੇ ਉੱਤੇ ਬੀਜੇਪੀ ਨੂੰ ਮਜ਼ਬੂਤ ਕਰੋ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਰੁਕ ਕਰਦਾ ਧਵਨ ਜੀ ਦਾ, ਉਸ ਤੋਂ ਬਾਅਦ ਮੈਂ ਪੰਦੇੜ ਸਾਹਿਬ ਦਾ ਵੀ ਰੁਕ ਕਰੂੰਗਾ। ਧਵਨ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ ਕਿ ਵਾਕਈ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਇਹ ਗਠਜੋੜ ਹੋ ਰਿਹਾ ਹੈ ਜਾਂ ਜੋੜ ਤੋੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਐਮ ਦੀ ਸਟੇਟਮੈਂਟ ਅਸੀਂ ਆਪਣੇ ਦਰਸ਼ਕਾਂ ਨੂੰ ਸੁਣਵਾਈ ਹੈ, ਪਰ ਇਸ ਸਭ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਕਹਿੰਦੇ ਹੋਏ ਨਜ਼ਰ ਆਏ ਕਿ ਰੂਟੀਨ ਮੀਟਿੰਗ ਹੈ। ਅਕਾਲੀ ਦਲ ਦੇ ਅੱਜ ਇੱਥੇ ਨੁਮਾਇੰਦੇ ਬੈਠੇ ਹੋਏ ਨੇ, ਉਹ ਵੀ ਕਹਿ ਰਹੇ ਨੇ ਕਿ ਰੂਟੀਨ ਮੀਟਿੰਗ ਹੈ, ਜਿਹੜੇ ਪਾਰਟੀ ਦੇ ਵਰਕਰ ਨੇ, ਜ਼ਿਲ੍ਹਾ ਪ੍ਰਧਾਨ ਨੇ ਜਾਂ ਹੋਰ ਇੰਚਾਰਜ ਨੇ, ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ, ਇਸ ਨੂੰ ਗਠਜੋੜ ਦੇ ਨਾਲ ਨਾ ਜੋੜੋ। गौरव जी, मैं अपनी गल की शुरुआत दो लफ्ज़ों नाल करांगा। दुश्मनी करो तो जम के करो,
ਪਰ ਇੱਕ ਗੱਲ ਦਾ ਖਿਆਲ ਰੱਖਣਾ, ਜੇ ਕਦੇ ਜ਼ਿੰਦਗੀ 'ਚ ਦੁਬਾਰਾ ਦੋਸਤੀ ਕਰਨੀ ਪੈ ਜਾਵੇ ਤਾਂ ਸ਼ਰਮਿੰਦਾ ਨਾ ਹੋਣਾ ਪਵੇ। ਇਹ ਮੈਂ ਗੱਲ ਦੋਨਾਂ ਦੇ ਵਾਸਤੇ ਕਹਿ ਰਿਹਾ, ਚਾਹੇ ਉਹ ਪਾਰਟੀ ਅੱਜ ਬੀਜੇਪੀ ਹੈ ਚਾਹੇ ਅਕਾਲੀ ਦਲ ਹੈ, ਲੇਕਿਨ ਕਿਤੇ ਨਾ ਕਿਤੇ ਅੱਜ ਇਹ ਦੋਨੋਂ ਸਿਆਸੀ ਪਾਰਟੀਆਂ ਆਪਣੀ ਸਿਆਸੀ ਜ਼ਮੀਨ, ਆਪਣੀ ਰਾਜਨੀਤਿਕ ਜ਼ਮੀਨ ਬਚਾਉਣ ਦਾ ਕੰਮ ਕਰ ਰਹੀ ਹੈ। ਮੈਂ ਅੰਕੜਿਆਂ ਨਾਲ ਗੱਲਾਂ ਕਰਨਾ, ਜਿਹੜੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ, ਇਹਨਾਂ ਨੂੰ ਸੱਤਾ ਤੋਂ ਬਾਹਰ ਹਟਾਇਆ, ਔਰ ਇਹ ਨਹੀਂ ਜਿਹੜਾ ਇਹਨਾਂ ਨੇ ਪੰਜਾਬ ਨੂੰ ਰੱਜ ਕੇ ਖਾਧਾ ਲੁੱਟਿਆ 2007 ਤੋਂ ਲੈ ਕੇ 17 ਤੱਕ, ਪੰਜਾਬ ਦੇ ਲੋਕ ਇਹ ਸੱਚ ਜਾਣ ਚੁੱਕੇ ਨੇ ਔਰ ਇਸ ਗਠਬੰਧਨ ਦਾ ਪੰਜਾਬ ਤੇ ਕੋਈ ਅਸਰ ਨਹੀਂ ਪਏਗਾ। ਮੈਂ ਤਾਂ ਕਿ ਮੈਂ ਅੰਕੜੇ ਨਾਲ ਗੱਲ ਦੱਸਦਾ, ਸੀਟ ਸ਼ੇਅਰ ਜਿਹੜਾ ਪੰਜਾਬ ਦੇ ਵਿੱਚ ਹੈ, ਆਮ ਆਦਮੀ ਪਾਰਟੀ, ਸਾਡੇ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਜਿਨ੍ਹਾਂ ਕੋਲ 78.6% ਜਿਹੜਾ ਹੈ ਸੀਟ ਸ਼ੇਅਰ ਹੈ ਪੰਜਾਬ ਦਾ, ਔਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜੇ ਇਕੱਠੇ ਕਰ ਲਈਏ ਤੇ ਜਿਨ੍ਹਾਂ ਦਾ ਤਕਰੀਬਨ ਸੀਟ ਸ਼ੇਅਰ ਬਣਦਾ ਹੈ 5% ਬਣਦਾ ਹੈ। ਤੇ ਜੇ ਵੋਟ ਸ਼ੇਅਰ ਦੀ ਗੱਲ ਕਰੀਏ, 42% ਪੰਜਾਬ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਹੱਕ ਨੂੰ, ਆਮ ਆਦਮੀ ਪਾਰਟੀ ਦੀ ਸਟ੍ਰੈਟਜੀ ਨੂੰ ਔਰ ਆਮ ਆਦਮੀ ਪਾਰਟੀ ਦੀ ਸੇਵਾ ਨੂੰ ਦੇਖਦਿਆਂ ਹੋਇਆ ਆਮ ਆਦਮੀ ਪਾਰਟੀ ਨੂੰ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਹੱਕ ਦਿੱਤਾ, ਔਰ ਉੱਥੇ ਹੀ ਇੱਕ ਕੁੱਲ ਮਿਲਾ ਕੇ ਦੋਨੋਂ 24% ਤੱਕ ਸੀਮਿਤ ਰਹਿ ਜਾਂਦੇ ਨੇ। ਇਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਕੋਈ ਭਵਿੱਖ ਨਹੀਂ ਹੈਗਾ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸੱਤਾ ਤੋਂ ਬਾਹਰ ਨਹੀਂ ਕੱਢਿਆ, ਬਲਕਿ ਪੰਜਾਬ ਤੋਂ ਹੀ ਬਾਹਰ ਕੱਢ ਦਿੱਤਾ ਹੈ, ਜਿਸ ਕਰਕੇ ਇਹ ਦੋਨੋਂ ਜਿਹੜੇ ਅੱਜ ਬਿਲਕੁਲ ਸਹੀ ਕਿਹਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ, ਜਿਹੜੇ ਇਹ ਜੋੜ ਤੋੜ ਹੋ ਰਹੇ ਨੇ ਨਾ, ਇਹ ਜੋੜ ਤੋੜ ਸਿਰਫ ਕੁਰਸੀ ਵਾਸਤੇ ਹੋ ਰਿਹਾ ਹੈ। ਔਰ ਮੈਂ ਥੋੜਾ ਚਾਨਣਾ ਪਾ ਦੇਣਾ ਇਹ ਕੁਰਸੀ ਦੇ ਵਾਸਤੇ, ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਸੱਤਾ ਦੇ ਨੇ ਲਾਲਸੀ ਨੇ। ਤੁਸੀਂ ਦੇਖੋ ਇਹ ਮਹਾਰਾਸ਼ਟਰ ਚ ਕੀ ਹੋਇਆ, ਪਹਿਲੇ ਏਕਨਾਥ ਸ਼ਿੰਦੇ ਦੇ ਨਾਲ ਸੀਗੇ, ਜਦ ਮੈਂ ਗੱਲ ਕਰਾਂ ਸ਼ਿਵ ਸੈਨਾ ਦੀ ਨਾਲ ਹੀ, ਪਤਾ ਨਹੀਂ ਉਹਨਾਂ ਨਾਲ ਕਿਹੜਾ ਵਿਤਕਰਾ ਹੋ ਗਿਆ, ਉਹਨਾਂ ਨੂੰ ਹਟਾ ਕੇ ਉਹਨਾਂ ਨਾਲ ਕੋਈ ਇਹੋ ਜਿਹੀ ਮਨਗੰਢ, ਮੈਂ ਸਮਝਦਾ ਕੋਈ ਮਨਮੁਟਾਵ ਹੋ ਚੁੱਕੇ ਸੀਗੇ, ਤੇ ਨਾਲ ਹੀ ਐਨਸੀਪੀ ਨਾਲ ਗਠਬੰਧਨ ਕਰ ਲੈਣਾ। ਇਹ ਸਾਫ਼ ਦਰਸਾਉਂਦਾ ਹੈ ਕਿ ਜਿਹੜਾ ਲੋਕਾਂ ਦਾ ਮਤਦਾਨ ਹੈ ਉਹਦਾ ਅਪਮਾਨ ਹੋ ਰਿਹਾ ਹੈ, ਔਰ ਸਿਰਫ ਸੱਤਾ ਦੇ ਲਾਲਸਾ ਦੇ ਪਿੱਛੇ ਭਾਜਪਾ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ। ਔਰ ਇੰਨਾ ਹੀ ਨਹੀਂ, ਜਿਹੜਾ ਕਿਸਾਨੀ ਅੰਦੋਲਨ ਪੰਜਾਬ ਵਿੱਚ ਹੋਇਆ, ਤੁਸੀਂ ਦੇਖੋ ਇਹ ਦੋਵੇਂ ਪਾਰਟੀਆਂ ਕਦ ਅੱਡ ਹੋਈਆਂ, ਲੋਕਾਂ ਦੇ ਸਾਹਮਣੇ ਅੰਦਰੋਂ ਇਹ ਇਕੱਠੀਆਂ ਸੀਗੀਆਂ, ਲੇਕਿਨ ਇਹ ਭੁੱਲ ਗਏ 0 + 0 = 0 ਹੁੰਦਾ ਹੈ। ਉਹ ਕਦੀ ਭਾਵੇਂ ਅੱਗੇ ਲਾ ਦੋ 0, ਭਾਵੇਂ ਪਿੱਛੇ ਲਾ ਦੋ, ਇਹ 0 ਹੀ ਰਹਿਣਗੇ। ਇਹ ਪੰਜਾਬ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਜੀ। ਠੀਕ ਹੈ, ਇੱਕ ਅੰਕੜਾ ਮੈਂ ਵੀ ਤੁਹਾਨੂੰ ਦੱਸ ਦਿਆਂ ਸਰ, ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਇਨਫੈਕਟ ਅਸੀਂ ਆਪਣੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤਵਨ ਜੀ, ਜੇ ਦੋਵੇਂ ਪਾਰਟੀਆਂ ਦੇ ਵੋਟਸ ਨੂੰ ਕਲੱਬ ਕਰ ਦਿੱਤਾ ਜਾਵੇ, ਜੋੜ ਦਿੱਤਾ ਜਾਵੇ, ਤਾਂ ਆਮ ਆਦਮੀ ਪਾਰਟੀ ਜਿਹੜੇ ਜੇਤੂ ਉਮੀਦਵਾਰ ਨੇ ਉਹਨਾਂ ਤੋਂ ਸਿਰਫ 9000 ਵੋਟਾਂ ਦਾ ਫਰਕ ਰਹਿ ਗਿਆ ਸੀ। ਇਹ ਵੀ ਇੱਕ ਅੰਕੜਾ ਹੈਗਾ। ਤੁਸੀਂ ਅੰਕੜੇ ਪਰਸੈਂਟੇਜ ਦੇ ਹਿਸਾਬ ਨਾਲ ਸਮਝਾਏ ਨੇ, ਪਰ ਇਹ ਅੰਕੜਾ ਇਸ਼ਾਰਾ ਕਰ ਰਿਹਾ ਕਿ ਤੁਹਾਡੇ ਲਈ ਵੀ ਟਫ ਹੋ ਜਾਂਦੀ ਫਾਈਟ ਬਹੁਤ। ਦੇਖੋ ਸਾਡੇ ਲਈ ਕੁਝ ਟਫ ਨਹੀਂ ਹੈ ਜੀ, ਸਾਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਪਿਆਰ ਦਿੱਤਾ ਹੈ, ਔਰ ਉਸੇ ਪਿਆਰ ਦੇ ਸਦਕਾ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੀ ਸੇਵਾ ਕਰ ਰਹੇ ਨੇ। ਤੁਸੀਂ ਦੇਖੋ ਅਸੀਂ ਪੰਜਾਬ ਦਾ ਹਰ ਮੁੱਢਲੇ ਢਾਂਚੇ ਨੂੰ ਸਵਾਰਿਆ ਹੈ, ਚਾਹੇ ਅਸੀਂ ਅੱਜ ਗੱਲ ਕਰੀਏ ਹੈਲਥ ਦੀ, ਚਾਹੇ ਐਜੂਕੇਸ਼ਨ ਦੀ, ਸੋ ਅੱਜ ਚਾਹੇ ਪੰਜਾਬ ਵਿੱਚ ਨੌਕਰੀਆਂ ਦੇਣ ਦੀ ਗੱਲ ਕਰੀਏ, ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ, ਸਾਡੇ ਪੰਜਾਬ ਦਾ ਭਵਿੱਖ ਸਾਡਾ ਨੌਜਵਾਨ ਹੈ, ਅਸੀਂ ਉਸ ਨੂੰ ਮਤਲਬ ਤੁਸੀਂ ਟੈਨਸ਼ਨ ਫ੍ਰੀ ਹੋ। ਅਸੀਂ ਕੱਚੇ ਅਧਿਆਪਕ ਪੱਕੇ ਕੀਤੇ, ਇਹਨਾਂ ਨੇ ਪੰਜਾਬ ਦੇ ਇੱਕ ਮਿੰਟ ਮੈਂ ਗੱਲ ਪੂਰੀ ਕਰ ਲਵਾਂ, ਇਹਨਾਂ ਨੇ ਪੰਜਾਬ ਦੇ ਦੁੱਖ ਤੇ ਆਪਣੇ ਸੁੱਖ ਵਿਲਾ ਬਣਾਏ। ਸੋ ਇਹ ਭੁੱਲ ਗਏ ਨੇ ਕਿ ਪੰਜਾਬ ਦੇ ਲੋਕਾਂ ਨੇ ਅੱਜ ਇਹਨਾਂ ਨੂੰ ਜਿਹੜਾ ਸੱਤਾ ਤੋਂ ਬਾਹਰ ਦਿਖਾਇਆ, ਇਹਨਾਂ ਦੀ ਨਲਾਇਕੀਆਂ ਕਰਕੇ ਵਿਖਾਇਆ ਹੈ। ਠੀਕ ਹੈ, ਚਲੋ ਤੁਹਾਡੀ ਗੱਲ ਆ ਗਈ। ਮੈਂ ਇੱਕ ਵਾਰੀ ਪਹਿਲਾਂ ਪੰਦੇੜ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦਾ ਰੁਕ ਕਰਾਂ। ਪੰਦੇੜ ਸਾਹਿਬ, ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਸੁਣਿਆ ਕਿ ਵਾਕਈ ਹੀ ਇਹ ਗੱਠਜੋੜ ਦੀਆਂ ਚਰਚਾਵਾਂ ਸਿਰਫ ਇਹ ਸਮਝਿਆ ਜਾਵੇ ਮੀਡੀਆ ਤੱਕ ਹੀ ਸੀਮਿਤ ਨੇ, ਜਾਂ ਫਿਰ ਕੋਈ ਤਾਂ ਗੱਲ ਹੈ? ਗੌਰਵ ਜੀ, ਜਿਹੜੀ ਸਿਆਸਤ ਹੈ ਔਰ ਕ੍ਰਿਕਟ, ਮੈਂ ਦੋਨਾਂ ਨੂੰ ਕਹਿੰਦਾ ਭਾਰਤ ਦੇ ਵਿੱਚ ਬੜੀਆਂ ਜਿਹੜੀਆਂ ਚਰਚਾਵਾਂ ਦਾ ਹਿੱਸਾ ਬਣਦੀਆਂ ਨੇ ਜੀ, ਔਰ ਦੋਨੋਂ ਹੀ ਜਿਹੜੀਆਂ ਹੈਗੀਆਂ, ਮੈਂ ਇਹਨਾਂ ਨੂੰ ਕਹਿੰਦਾ ਗੇਮ ਆਫ ਗਲੋਰੀਅਸ ਪੋਸੀਬਿਲਿਟੀਜ਼ ਹੁੰਦੀਆਂ ਨੇ, ਸੰਭਾਵਨਾਵਾਂ ਦੋਹਾਂ ਦੇ ਵਿੱਚ ਬਹੁਤ ਹੁੰਦੀਆਂ ਨੇ ਜੀ। ਬਿਲਕੁਲ ਸਾਡੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਦੁਸ਼ਮਣੀ ਇੰਨੀ ਨਾ ਕਰੋ। ਸੋ ਜਿਹੜੀ ਹੈਗੀ ਆ ਬਹੁਤ ਸਾਰੇ ਪੱਕੇ ਦੋਸਤ, ਜਦੋਂ ਬਿਲਕੁਲ ਕਿਸਾਨੀ ਅੰਦੋਲਨ ਵੇਲੇ ਸੋਚਿਆ ਨਹੀਂ ਸੀ ਜਾ ਸਕਦਾ ਕਿ ਅਕਾਲੀ ਦਲ ਔਰ ਬੀਜੇਪੀ ਅਲੱਗ ਹੋਣਗੇ, ਉਹ ਅਲੱਗ ਹੋਏ। ਕਈ ਜਗ੍ਹਾ ਤੇ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਨੈਸ਼ਨਲ ਲੈਵਲ ਦੇ ਉੱਤੇ ਬੀਜੇਪੀ ਨੂੰ ਹਟਾਉਣ ਵਾਸਤੇ ਗੱਠਜੋੜ ਹੋ ਰਹੇ ਨੇ, ਜਿਹੜੇ ਸੂਬਿਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਦੂਜੇ ਦਾ ਗਲਾ ਫੜੀ ਬੈਠੇ ਨੇ, ਉਹ ਇਕੱਠੇ ਹੋ ਕੇ ਨੈਸ਼ਨਲ ਲੈਵਲ ਤੇ ਇਕੱਠੇ ਹੋ ਰਹੇ ਆ। ਸੋ ਸਿਆਸਤ ਦੇ ਵਿੱਚ ਕਿਹੜੀਆਂ ਸੰਭਾਵਨਾਵਾਂ ਮੂਹਰੇ ਆ ਜਾਣ, ਕਿਹਨੂੰ ਐਕਸਪਲੋਰ ਕੀਤਾ ਜਾ ਸਕੇ। ਔਰ ਜਦੋਂ ਸਿਆਸਤ ਜਿਹੜੀ ਮੌਜੂਦਾ ਸਿਆਸਤ ਹੈ ਹੀ ਸੱਤਾ ਵਾਸਤੇ, ਸਾਰੇ ਲੋਕਾਂ ਨੂੰ, ਆਮ ਲੋਕਾਂ ਨੂੰ ਵੀ ਪਤਾ ਵੀ ਜਿਹੜੇ ਪੋਲੀਟੀਸ਼ੀਅਨ ਨੇ ਇੱਕ ਦੂਜੇ ਨਾਲ ਲੜਦੇ ਵੀ ਨੇ ਤੇ ਦੋਸਤੀ ਵੀ ਇਹ ਜਿਹੜੀ ਹੈਗੀ ਆ ਸੱਤਾ ਵਾਸਤੇ ਕਰਦੇ, ਤੇ ਲੋਕਾਂ ਨੂੰ ਵੀ ਪਤਾ। ਸੋ ਆਪਾਂ ਨੂੰ ਇਹਦੇ ਉੱਪਰ ਟਾਈਮ ਬੜਾ ਵੇਸਟ ਕਰਨ ਦੀ ਲੋੜ ਨਹੀਂ ਹੈ। ਬਾਕੀ ਰਹੀ ਅਕਾਲੀ ਦਲ ਔਰ ਬੀਜੇਪੀ ਦੀ ਜਿਹੜੀ ਹਿਸਟਰੀ ਦੇ ਉੱਪਰ ਆਪਾਂ ਜੇ ਚੱਲੀਏ, ਬਈ 1996 ਦੇ ਵਿੱਚ ਦੋਨੋਂ ਪਾਰਟੀਆਂ ਨੇ ਗੱਠਜੋੜ ਕੀਤਾ ਸੀ,
ਅਕਾਲੀ ਦਲ ਨੇ ਉਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਨਾਲ ਗੱਠਜੋੜ ਕੀਤਾ ਹੋਇਆ ਸੀ ਤੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ 13 ਸੀਟਾਂ ਦੇ ਵਿੱਚੋਂ ਇਸ ਗੱਠਜੋੜ ਨੇ 11 ਸੀਟਾਂ ਜਿੱਤੀਆਂ ਸੀ। ਔਰ ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸੀਗਾ ਸਾਥ ਛੱਡ ਕੇ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਆਪਣਾ ਕੀਤਾ ਔਰ ਬੜੀ ਦੇਰ ਜਿਹੜੀ ਹੈਗੀ ਆ 15 ਸਾਲ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਹੈਗੀ ਆ ਚੀਫ ਮਿਨਿਸਟਰੀ ਹੰਡਾਈ। ਹੁਣ ਆਪਾਂ ਮੈਂ ਬਿਲਕੁਲ ਬਾਦਲ ਸਾਹਿਬ ਦਾ ਨਾਂ ਬੜਾ ਜਿਹਨੂੰ ਕਹਿੰਦੇ ਕੰਸੀਡਰੇਸ਼ਨ ਨਾਲ ਲਿਆ, ਨਹੀਂ ਅਦਬ ਨਹੀਂ, ਮੈਂ ਜਾਣਬੁੱਝ ਕੇ ਲਿਆ ਵੀ ਇਹਨੂੰ ਇੱਕ ਫੈਕਟਰ ਹੈ। ਹੁਣ ਇਹ ਸਿਰਫ ਇੱਕ ਪਰਸਨੈਲਿਟੀ ਨਹੀਂ। ਜਿਹੜਾ 1996 ਦੇ ਵਿੱਚ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਜਿਹੜੀ ਪੰਥਕ ਲੀਡਰਸ਼ਿਪ ਸੀ ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਤੌੜਾ, ਕੈਪਟਨ ਕਮਲਜੀਤ ਸਿੰਘ, ਜਿਹੜੇ ਸੁਖਦੇਵ ਸਿੰਘ ਢੀਂਡਸਾ, ਬਹੁਤ ਸਾਰੇ ਜਿਹੜੇ ਹੈਗੇ ਜਥੇਦਾਰ ਤੋਤਾ ਸਿੰਘ, ਇਹ ਬਹੁਤ ਸਾਰੇ ਲੀਡਰ ਸਿਰਕੱਢ ਲੀਡਰ ਜਿਹੜੇ ਸੀ ਉਹ ਉਸ ਵੇਲੇ ਉਹਨਾਂ ਦਾ ਵਿਚਾਰ ਵਟਾਂਦਰਾ ਔਰ ਪਾਰਟੀ ਦੇ ਵਿੱਚ ਇੱਕ ਇਨਰ ਡੈਮੋਕ੍ਰੇਸੀ ਵੀ ਸੀ ਉਸ ਵੇਲੇ। ਬੀਜੇਪੀ ਦੇ ਵਿੱਚ ਜੇ ਅਸੀਂ ਦੇਖੀਏ ਧਿਆਨ ਦੇਈਏ ਉਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, LK ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿਨਹਾ, ਜਸਵੰਤ ਸਿੰਘ ਔਰ ਬੜੇ ਵੱਡੇ, ਔਰ ਉੱਥੇ ਵੀ ਵਿਚਾਰ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਬਹੁਤ ਸਾਰੇ ਆਪਣੇ ਹੁਣ ਆਪਾਂ ਨਾਂ ਜਿੰਨੇ ਵੀ ਲੈਂਦੇ ਆ ਉੱਥੇ ਵੀ ਇੱਕ ਵਿਚਾਰ ਹੋ ਕੇ ਜਿਹੜੀ ਸੀਗੀ। ਔਰ ਐਂਡ ਦੇ ਵਿੱਚ ਇਹ ਸੀਗੇ ਕਿ ਉਹ ਜਿਹੜੀ ਦੋਸਤੀ ਜਿਹੜਾ ਹੈਂਡਸ਼ੇਕ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਅਟਲ ਬਿਹਾਰੀ ਵਾਜਪਾਈ ਦਾ ਸੀ। ਹੁਣ ਜਿਹੜੇ ਜਿਵੇਂ ਸਮਾਂ ਬੀਤਿਆ ਦੋਨੋਂ ਪਾਰਟੀਆਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਨੇ ਦੁਨੀਆ ਦੇ ਉੱਤੇ ਔਰ ਭਾਰਤ ਲੈਵਲ ਦੇ ਉੱਤੇ ਜਿਹੜੀ ਸਿਆਸਤ ਦੇ ਜਿਹੜੇ ਮੁੱਦੇ ਨੇ ਉਹ ਬਹੁਤ ਸਾਰੇ ਚੇਂਜ ਹੋ ਗਏ। ਹੁਣ ਜਿਹੜੀ ਅਕਾਲੀ ਦਲ ਆ ਉਹ ਵੀ ਸੈਂਟਰਲਾਈਜ਼ਡ ਪਾਵਰ ਆ, ਸਾਰੀ ਦੀ ਸਾਰੀ ਪਾਵਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲੇ ਆ। ਜੇ ਬੇਸ਼ੱਕ ਸਾਡੇ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਨੂੰ ਅਪੋਜ਼ ਕਰਨਗੇ, ਪਰ ਜਿਹੜਾ ਪਰਸੈਪਸ਼ਨ ਆ ਆਮ ਲੋਕਾਂ ਦੇ ਵਿੱਚ ਉਹ ਹੈਗਾ ਜੀ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਡਿਸਾਈਡ ਕਰ ਦੇਣ ਉਹੀ ਮੰਨਿਆ ਜਾਂਦਾ। ਉਸੇ ਤਰ੍ਹਾਂ ਬੀਜੇਪੀ ਦੇ ਵਿੱਚ ਵੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੈਸਲਾ ਹੁੰਦਾ ਉਹ ਸਾਰੀ ਪਾਰਟੀ ਦੀ ਉਹ ਮੰਨਦੀ ਹੈ। ਤੇ ਸੋ ਇੱਕ ਸੈਂਟਰਲਾਈਜ਼ਡ ਲੀਡਰਸ਼ਿਪਸ ਨੇ। ਹੁਣ ਜਿਹੜਾ ਇਹ ਦੇਖਣ ਵਾਲਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿਸਾਨੀ ਮੋਰਚੇ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਕਈ ਵਾਰੀ ਗੱਲ ਹੁੰਦੀ ਸੀ, ਉਹ ਕਾਫੀ ਇੰਪ੍ਰੈਸਡ ਹੁੰਦੇ ਸੀ ਕਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਫੈਸਲੇ ਲੈਂਦੇ ਨੇ। ਕਿਸਾਨੀ ਮੋਰਚੇ ਕਰਕੇ ਜਦੋਂ ਬੀਜੇਪੀ ਆਪਣੇ ਆਪ ਨੂੰ ਆਈਸੋਲੇਟਿਡ ਫੀਲ ਕਰ ਰਹੀ ਸੀ ਤੇ ਇੱਕ ਅਲਾਇੰਸ ਪਾਰਟਨਰ ਉਦੋਂ ਛੱਡ ਕੇ ਚਲਿਆ ਜਾਵੇ, ਉਹਨਾਂ ਦੇ ਹਰਟ ਫੀਲਿੰਗਸ ਕਹਿ ਸਕਦੇ ਹੋ ਜਾਂ ਕੁਛ ਲੱਗਿਆ ਪ੍ਰਾਈਡ ਨੂੰ ਨਰਿੰਦਰ ਮੋਦੀ ਦੀ ਨੂੰ ਕੋਈ ਧੱਕਾ ਲੱਗਿਆ ਕਿ ਉਸ ਨੂੰ ਓਵਰਕਮ ਕਰਕੇ ਹੁਣ ਹੈਂਡਸ਼ੇਕ ਕੀਤਾ ਜਾ ਸਕਦਾ। ਪਰ ਜਿਸ ਤਰ੍ਹਾਂ ਮਾਹੌਲ ਚੱਲ ਰਿਹਾ ਸਾਰੇ ਦੇਸ਼ ਦੇ ਵਿੱਚ ਨੈਸ਼ਨਲ ਲੈਵਲ ਤੇ ਅਲਾਇੰਸ ਹੋ ਰਿਹਾ, ਪੰਜਾਬ ਦੇ ਵਿੱਚ ਜਿਹੜਾ ਪੰਜਾਬ ਆਪਾਂ ਬੜੀ ਦੇਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਮੈਨੂੰ ਯਾਦ ਆ ਗੌਰਵ ਜੀ ਤੁਹਾਡੇ ਨਾਲ ਬੈਠ ਕੇ ਕਈ ਵਾਰੀ ਜਿਹੜੇ ਸੀ ਇਲੈਕਸ਼ਨ ਐਨਾਲਿਸਿਸ ਵੀ ਕਰਦੇ ਸੀ, ਉਹਨਾਂ ਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਪੰਜਾਬ ਤੀਸਰਾ ਜਿਹੜਾ ਵਿਕਲਪ ਆ ਉਹਦੇ ਵਾਸਤੇ ਲੜ ਰਿਹਾ ਔਰ ਪੰਜਾਬ ਨੇ ਆਪਣਾ ਤੀਸਰਾ ਵਿਕਲਪ ਲੱਭ ਲਿਆ। ਹੁਣ ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਜ਼ ਨੇ ਉਹ ਇਸ ਤੀਸਰੇ ਵਿਕਲਪ ਨੂੰ ਸਾਈਡ ਤੇ ਕਰਨਾ ਚਾਹੁੰਦੀਆਂ ਨੇ ਔਰ ਉਹਦੇ ਵਿੱਚ ਕੀ ਇਹ ਇਕੱਠਾ ਹੋਣਗੇ। ਤੇ ਜੇ ਨੈਸ਼ਨਲ ਲੈਵਲ ਦੇ ਉੱਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਬੀਜੇਪੀ ਨੂੰ ਹਟਾਉਣਾ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਇਹਦੇ ਵਿੱਚ ਤੀਸਰੀ ਧਿਰ ਜਾਂ ਚੌਥੀ ਧਿਰ ਵੀ ਇਕੱਠੀ ਹੋ ਜਾਏ, ਕਾਂਗਰਸ, BSP, BJP, ਅਕਾਲੀ ਦਲ ਦਾ, ਇਹਨਾਂ ਦਾ ਸਾਰਿਆਂ ਦੇ ਰਲ ਕੇ ਅਲਾਇੰਸ ਆਮ ਆਦਮੀ ਨੂੰ ਪਾਰਟੀ ਨੂੰ ਹਟਾਉਣ ਵਾਸਤੇ ਹੋਵੇ, ਪੋਸੀਬਿਲਿਟੀਜ਼ ਤਾਂ ਹੈ ਪਰ ਰਾਹ ਕਿੱਥੇ ਤੱਕ ਜਾਂਦੇ ਨੇ। ਜਿਹੜੀਆਂ ਲੀਡਰ ਦੀਆਂ ਆਪਣੀਆਂ ਲੈਵਲ ਤੇ ਈਗੋਜ਼ ਨੇ ਜਾਂ ਉਹਨਾਂ ਦੀਆਂ ਹੁਣ ਸਿਆਸਤ ਕਰਨ ਦਾ ਤੌਰ ਤਰੀਕਾ ਵਾ ਉਹ ਇਹਦੇ ਵਿੱਚ ਕਿੱਥੇ ਤੱਕ ਜਿਹੜਾ ਹੈਗਾ ਹਿੰਡਰੈਂਸ ਬਣੂਗਾ ਜਾਂ ਵਿੱਚ ਹਰਡਲ ਪੈਦਾ ਕਰੂਗਾ, ਉਹ ਦੇਖਣ ਵਾਲੀ ਗੱਲ। ਬੜਾ ਇੰਟਰਸਟਿੰਗ ਇਹ ਵੀ ਹੋ ਸਕਦਾ ਹੈ ਕਿ ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਹੋ ਜਾਂਦਾ ਪੰਦੇੜ ਸਾਹਿਬ ਤੇ ਉਸ ਤੋਂ ਬਾਅਦ ਦੂਜੇ ਪਾਸੇ ਜੇ ਨੈਸ਼ਨਲ ਲੈਵਲ ਦੇ ਉੱਤੇ ਇੱਕ ਗਠਜੋੜ ਹੋ ਗਿਆ, ਜੋ ਮਹਾਗਠਜੋੜ ਜਿਹੜੀਆਂ ਪਟਨਾ ਦੇ ਵਿੱਚ ਜਾਂ ਹੁਣ ਬੈਂਗਲੁਰੂ ਦੇ ਵਿੱਚ ਮੀਟਿੰਗ ਹੋਣੀ ਹੈ, ਬਹੁਤ ਇੰਟਰਸਟਿੰਗ ਹੋ ਜਾਏਗਾ ਕਿ ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ 'ਚ ਇਕੱਠੇ ਹੋ ਜਾਣ, ਦੂਜੇ ਪਾਸੇ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਣ। ਇਹ ਇੱਕ ਕਿਆਸ ਨੇ ਜਿਹੜੇ ਆਪਾਂ ਲਗਾ ਰਹੇ ਹਾਂ, ਤਾਂ ਫਿਰ ਇੱਕ ਆਮੋ ਸਾਹਮਣੇ ਦੀ ਟੱਕਰ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ ਪਰ ਧਾਰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਧਾਰਨੀ ਸਾਹਿਬ ਦੇਖੋ, ਮੈਂ ਪੰਧੇਰ ਸਾਹਿਬ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਗੱਲ ਕੀਤੀ ਹੈਗੀ ਆ ਜੀ। ਅੱਜ ਮੇਰਾ ਵੀ ਮਨ ਕਰਦਾ ਸੀ ਕਿ ਮੈਂ ਮਤਲਬ ਇੱਕ ਕੱਲੀ ਪਾਰਟੀ ਲਾਈਨ ਦੀ ਬਜਾਏ ਮੈਂ ਜੋ ਭਾਰਤ ਦੇ ਹਾਲਾਤ ਹੈਗੇ ਆ, ਜੋ ਪੰਜਾਬ ਦੇ ਹਾਲਾਤ ਹੈਗੇ ਆ, ਉਹਨਾਂ ਦੇ ਮੁਤਾਬਕ ਗੱਲ ਕਰਨ ਦੀ ਕੋਸ਼ਿਸ਼ ਕਰਾਂ। ਇਹ ਧਵਨ ਸਾਹਿਬ ਦੀ ਗੱਲ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਕਟਾਕਸ਼ ਕੀਤਾ। ਮੈਂ ਵੀ ਦੱਸ ਦੇਣਾ ਚਾਹੁੰਦਾ ਕਿ ਦੁਸ਼ਮਣੀ ਕਰੋ ਤਾਂ ਜੰਮ ਕੇ ਕਰੋ। ਮੈਂ ਇਹਨਾਂ ਨੂੰ ਇਹ ਪੁੱਛਦਾ ਕਿ ਆ ਪਿੱਛੇ ਪਟਨਾ ਦੇ ਵਿੱਚ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਜਿਹੜੇ ਮਤਲਬ ਸੂਤਰਧਾਰ ਸੀ ਉਹ ਜਿਹੜੇ ਹੈਗੇ ਆ ਬਿਹਾਰ ਦੇ ਜਿਹੜੇ ਹੈਗੇ ਆ CM ਸਾਹਿਬ ਸੀ।
ਔਰ ਨਿਤੀਸ਼ ਕੁਮਾਰ, ਔਰ ਜਿਹੜੇ ਉਹਦੇ ਮੇਨ ਜਿਹੜੇ ਵੱਡੇ ਲੀਡਰ ਹੈਗੇ ਆ ਉਹ ਆਪਣਾ ਬੰਬੇ ਵਾਲੇ ਹੈਗੇ ਆ ਜੀ ਪਵਾਰ ਸਾਹਿਬ। ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਇਹਨਾਂ ਦਾ ਹਾਲਾਤ ਉੱਥੇ ਕੀ ਸੀ। ਇਹ ਭੱਜ ਲਏ ਸੀ ਜਦੋਂ ਪ੍ਰੈਸ ਕਾਨਫਰੰਸ ਹੋਣ ਲੱਗੀ ਸੀ, ਔਰ ਇਹ ਉੱਥੇ ਹੋ ਕੇ ਵੀ ਹੈ ਨਹੀਂ ਸੀ, ਕਿਉਂਕਿ ਇਹਨਾਂ ਦਾ ਕੋਈ ਚੀਜ਼ ਕੰਸਿਸਟੈਂਸੀ ਹੈ ਹੀ ਨਹੀਂ, ਇਹਨਾਂ ਦਾ ਕੋਈ ਵਿਜ਼ਨ ਕਲੀਅਰ ਹੈ ਹੀ ਨਹੀਂ। ਇਹ ਦਿੱਲੀ ਦੇ ਵਿੱਚ ਬੈਠ ਕੇ ਜਿਹੜੇ ਹੈਗੇ ਆ ਇਹ ਬਿਆਨ ਦਿੰਦੇ ਆ ਕਿ ਅਸੀਂ ਯੂਸੀਸੀ ਦੇ ਹੱਕ ਦੇ, ਇੱਕ ਮਿੰਟ ਰੁਕ ਜਾਓ ਜੀ, ਕਿ ਅਸੀਂ ਯੂਸੀਸੀ ਦੇ ਹੱਕ ਦੇ ਵਿੱਚ ਹੈਗੇ ਆ। ਜਦੋਂ ਪੰਜਾਬ ਦੇ ਵਿੱਚ ਸੀਐਮ ਸਾਹਿਬ ਬੋਲਦੇ ਹੈਗੇ ਆ, ਉਹ ਕਹਿੰਦੇ ਅਸੀਂ ਯੂਸੀਸੀ ਦੇ ਖਿਲਾਫ ਹੈਗੇ ਆ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ, ਹੁਣ ਮੈਂ ਅਗਲੀ ਗੱਲ ਕਰਦਾ। ਮੈਂ ਉਸ ਲਾਈਨ ਮੈਂ ਤਾਰਨੀ ਸਾਹਿਬ ਰਿਕੁਐਸਟ ਵੀ ਕਰਾਂਗਾ ਕਿ ਆਪਾਂ ਫੋਕਸ ਰੱਖੀਏ ਗੱਠਜੋੜ ਦੇ ਉੱਤੇ। ਦੇਖੋ ਪੋਲੀਟੀਕਲ ਤੌਰ ਦੇ ਉੱਤੇ ਇੱਕ ਦੂਜੇ ਤੇ ਆਪਾਂ ਇਲਜ਼ਾਮ ਤਰਾਸ਼ੀਆਂ ਲਗਾਉਂਦੇ ਰਹਿੰਦੇ ਆ, ਆਪਾਂ ਗੱਠਜੋੜ ਤੇ ਥੋੜਾ ਜਿਹਾ ਫੋਕਸ ਰੱਖੀਏ ਪਲੀਜ਼। ਤੁਸੀਂ ਆਪਣੀ ਗੱਲ ਕੰਪਲੀਟ ਕਰੋ। ਮੈਂ ਮੇਰੀ ਕੋਈ ਇਹਦੇ ਚ ਇਲਜ਼ਾਮ ਤਰਾਸ਼ੀ ਨਹੀਂ ਹੈਗੀ ਜੀ। ਦੇਖੋ ਮੈਂ ਤਵਲ ਜੀ ਆ ਰਹੇ, ਥੋੜਾ ਜਿਹਾ ਵੇਟ ਕਰਿਓ ਸਰ ਪਲੀਜ਼। ਜੇ ਮੈਂ ਓਨੈਸਟ ਤੁਹਾਡੇ ਨਾਲ ਡਿਸਕਸ਼ਨ ਕਰ ਰਿਹਾ ਹੈਗਾ ਨਾ, ਜੀ ਦੇਖੋ ਇਹ ਜਿਵੇਂ ਉੱਥੇ 18 ਪਾਰਟੀਆਂ ਲੱਡੂਆਂ ਦੀ ਪੰਸੇਰੀ ਮੰਗਣਾ ਇਕੱਠੀਆਂ ਹੋਈਆਂ, ਜਿਹੜੀਆਂ ਛਾਲਾਂ ਵੀ ਮਾਰ ਚੁੱਕੀਆਂ ਹੈਗੀਆਂ, ਜਿਹੜੀਆਂ ਇਸ ਗੱਲਾਂ ਦੀਆਂ ਗੱਲਾਂ ਵੀ ਕਰਦੀਆਂ ਕਿ ਅਸੀਂ ਤਾਂ ਜਾਵਾਂਗੇ ਸਾਡੇ ਆਰਡੀਨੈਂਸ ਦੇ ਜਿਹੜਾ ਹੱਕ ਦੇ ਵਿੱਚ ਵੋਟ ਪਾਉਂਗੇ। ਪਰ ਦੂਜੇ ਪਾਸੇ ਹੁਣ ਮੈਂ ਗੱਲ ਕਰਦਾ ਕਿ ਦੂਜੇ ਪਾਸੇ ਵੀ ਜਿਹੜਾ ਹੈਗਾ ਜਿੰਨੀਆਂ ਪਾਰਟੀਆਂ ਹੈਗੀਆਂ ਉਹਨਾਂ ਦੇ ਮੂਹਰੇ ਦੇਖੋ ਇਹ ਚੰਨੀ ਸਾਹਿਬ ਬੋਲ ਰਹੇ ਹੈਗੇ ਆ, ਚੰਨੀ ਸਾਹਿਬ ਜੋ ਮਰਜ਼ੀ ਕਹੀ ਜਾਣ, ਪਰ ਚੰਨੀ ਸਾਹਿਬ ਜੇ ਅੰਕੜੇ ਆ ਜਿਹੜੇ ਉਹਨਾਂ ਨੂੰ ਤੁਸੀਂ ਕਦੇ ਝੁਠਲਾ ਨਹੀਂ ਸਕਦੇ। ਪਿਛਲੀ ਵਾਰ 303 ਸੀਟਾਂ ਸੀ ਇਹਨਾਂ ਕੋਲ ਬੀਜੇਪੀ ਕੋਲ, ਔਰ ਮੈਂ ਇਹਨਾਂ ਨੂੰ ਇਹ ਪੁੱਛਦਾ ਕਿ ਉਹ 303 ਸੀਟਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ 303 ਦੀਆਂ 3 ਸੀਟਾਂ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਵੋਟ ਸ਼ੇਅਰ ਉਹਦੇ ਵਿੱਚ ਕੀ ਹੈਗਾ? ਇਹਨਾਂ ਦਾ ਵੋਟ ਸ਼ੇਅਰ ਹੈਗਾ 37%। ਔਰ ਐਤਕੀ ਜਿਹੜੇ ਅੰਕੜੇ ਇਕੱਠੇ ਕਰੇ ਗਏ ਹੈਗੇ ਆ ਉਹ ਅੰਕੜਿਆਂ ਦੇ ਵਿੱਚ ਇਹ ਹੈਗਾ ਕਿ ਇਹਨਾਂ ਦਾ ਜਿਹੜਾ ਮਤਲਬ ਹੁਣ ਫਿਊਚਰ ਦੇ ਵਿੱਚ ਜਿਹੜਾ ਮਤਲਬ ਐਗਜ਼ਿਟ ਕੀਤੇ ਗਏ ਹੈਗੇ ਆ ਉਹ ਕਹਿੰਦੇ ਆ ਕਿ 36 ਤੋਂ 38%। ਸਵਾਲ ਇਹ ਹੈਗਾ ਕਿ ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ, ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ। ਮੈਂ ਬੀਜੇਪੀ ਦੀ ਉਹ ਕਰ ਰਿਹਾ ਜੀ, ਮੈਂ ਬੀਜੇਪੀ ਦੀ ਉਹ ਗੱਲ ਕਰ ਰਿਹਾ ਕਿ 300 ਦੀਆਂ 300 ਸੀਟਾਂ ਦੇ ਉੱਤੇ ਬਹੁਤ ਜ਼ਬਰਦਸਤ ਜਿਹੜਾ ਹੈਗਾ ਜੇ ਇੱਕ ਗੱਠਜੋੜ ਸਿਰੇ ਚੜ ਜਾਂਦਾ ਹੈ ਤਾਂ 300, ਕਿਉਂਕਿ ਪਿਛਲੀ ਵਾਰ ਇਹ ਗੱਠਜੋੜ ਨਹੀਂ ਸੀ, ਇਹ ਸਾਰੇ ਦੇ ਸਾਰੇ ਅੱਡ-ਅੱਡ ਲੜੇ ਸੀ ਔਰ ਜਿਹੜਾ ਹੈਗਾ ਬੀਜੇਪੀ ਨੂੰ ਸਿਰਫ 37% ਵੋਟ ਪਈ ਸੀ। ਸੋ ਇਸ ਕਰਕੇ ਅੱਜ ਜ਼ਰੂਰਤ ਹੈਗੀ ਆ ਜੇ ਭਾਰਤ ਦੇ ਵਿੱਚ ਭਾਰਤ ਨੂੰ ਸਹੀ ਚਲਾਉਣਾ ਹੈ, ਜੇ ਇੱਕ ਲੋੜ ਹੈਗੀ ਆ ਨਾ ਇੱਕ ਵਧੀਆ ਸਰਕਾਰ ਦੀ, ਤਾਂ ਉੱਥੇ ਵਧੀਆ ਆਪੋਜੀਸ਼ਨ ਦੀ ਵੀ ਲੋੜ ਹੈਗੀ ਆ, ਤਾਂ ਦੇਸ਼ ਜਿਹੜਾ ਹੈਗਾ ਪ੍ਰੋਪਰ ਤਰੀਕੇ ਦੇ ਨਾਲ ਚੱਲੂਗਾ। ਇਹ ਸਭ ਇੰਟਰਸਟਿੰਗ ਹੈ, ਮੈਂ ਵਿਚਾਲੇ ਰੋਕ ਰਿਹਾ, ਬਹੁਤ ਇੰਟਰਸਟਿੰਗ ਹੈ। ਦੇਖੋ ਤੁਸੀਂ ਇਹ ਬੀਜੇਪੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਹਾਡੀ ਹਾਲਤ ਵੀ ਬਹੁਤ ਕੋਈ ਮਜ਼ਬੂਤ ਨਹੀਂ ਹੈ, ਸੋਚ ਲਓ ਦੁਬਾਰਾ ਗੱਠਜੋੜ ਨੂੰ ਲੈ ਕੇ। ਨਹੀਂ ਬਿਲਕੁਲ ਨਹੀਂ, ਦੇਖੋ ਮੈਂ ਮੇਰਾ ਗੌਰਵ ਮੈਂ ਤਾਂ ਅੰਕੜਿਆਂ ਤੇ ਇੱਕ ਅੰਕੜਾ ਕੱਢ ਕੇ ਰੱਖਿਆ ਪਿਆ, ਮੈਨੂੰ ਪਤਾ। ਦੇਖੋ ਚੰਨੀ ਜੀ ਕਹਿ ਰਹੇ ਸੀ ਨਾ, ਕਹਿੰਦੇ 80% ਤਾਂ ਸਾਡੀਆਂ ਸੀਟਾਂ ਰੂਰਲ ਸੀਟਾਂ ਨੇ ਦੇਸ਼ ਭਰ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਬੀਜੇਪੀ ਪਿੰਡਾਂ ਦੇ ਵਿੱਚ ਨਹੀਂ ਹੈ, ਕਹਿੰਦੇ ਉੱਥੇ ਵੀ ਹੋ ਜਾਣਗੇ ਜੇ ਦੇਸ਼ ਭਰ ਦੇ ਵਿੱਚੋਂ ਸੀਟਾਂ ਆ ਸਕਦੀਆਂ ਤਾਂ ਉੱਥੇ ਵੀ ਆ ਜਾਣਗੀਆਂ। ਇੱਕ ਸੈਕਿੰਡ, ਜਿਹੜਾ ਤੁਸੀਂ ਅੰਕੜੇ ਦਿਖਾ ਰਹੇ ਆ ਨਾ ਇਹਨਾਂ ਦੀ ਵੋਟ ਪਰਸੈਂਟੇਜ ਦੇਖ ਲਓ ਕੀ ਹੈਗੀ ਆ। ਔਰ ਦੂਜੀ ਗੱਲ ਆਪ ਵਾਲੇ ਗੱਲ ਕਰਦੇ ਸੀ ਕਿ ਜੀ ਇਹਨਾਂ ਦਾ ਇੰਨੀ ਵੋਟ ਰਹਿ ਗਈ ਜੀ, ਇੰਨੀ ਰਹਿ ਗਈ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ 19 ਦੇ ਵਿੱਚ ਇਹਨਾਂ ਦੀ 2.1% ਵੋਟ ਸੀ ਸਾਰਾ ਵੋਟ ਸ਼ੇਅਰ। ਐਤਕੀ ਇਹ ਜਿਵੇਂ ਮਸ਼ੀਨਰੀ ਨੂੰ ਮੈਂ ਜਵਾਬ ਲੈਣਾ ਉਹਨਾਂ ਨੂੰ, ਮੈਂ ਬਹੁਤ ਛੋਟਾ ਜਿਹਾ ਸਵਾਲ ਕਰਨੀ ਸਭ, ਤੁਸੀਂ ਬਹੁਤ ਲੰਬੀ ਆਪਣੀ ਗੱਲ ਰੱਖੀ ਹੈ। ਨਹੀਂ ਤੁਹਾਡਾ ਇਹ ਇਸ਼ਾਰਾ ਉਸ ਵਾਲੇ ਪਾਸੇ ਜਾ ਰਿਹਾ ਕਿ ਬੀਜੇਪੀ ਪੰਜਾਬ ਦੇ ਵਿੱਚ ਇਕੱਲਿਆਂ ਗੱਲ ਬਣਨੀ ਨਹੀਂ, ਤੁਸੀਂ ਇਹ ਸਮਝਾ ਰਹੇ ਹੋ ਬੀਜੇਪੀ ਨੂੰ? ਇਹ ਤਾਂ ਬੀਜੇਪੀ ਨੂੰ ਸੋਚਣਾ ਚਾਹੀਦਾ ਜੀ, ਜਿਨ੍ਹਾਂ ਨੇ ਸੈਂਟਰ ਦੇ ਵਿੱਚ ਸਰਕਾਰ ਬਣਾਉਣੀ ਹੈ, ਜਿਹਨੇ ਥੋੜਾ ਜਿਹਾ ਵੇਟ ਕਰੇ। ਬਹੁਤ ਇੰਟਰਸਟਿੰਗ ਹੈ, ਬਹੁਤ ਇੰਟਰਸਟਿੰਗ ਹੈ ਚੰਨੀ ਜੀ। ਦੇਖੋ ਗੱਲ ਬਣਨੀ ਨਹੀਂ, ਲਬੋ ਲਬਾਬ ਇਹੀ ਹੈ, ਨਿਚੋੜ ਕੱਢ ਕੇ ਮੈਂ ਦੱਸ ਰਿਹਾ। ਜੇ ਧਾਰਨੀ ਸਾਹਿਬ ਕੁਝ ਵੱਖਰਾ ਕਹਿ ਰਹੇ, ਤੁਹਾਨੂੰ ਕੁਝ ਵੱਖਰਾ ਸਮਝ ਆਇਆ ਤਾਂ ਗੱਲ ਵੱਖਰੀ ਹੈ। ਚੰਨੀ ਜੀ ਮੈਂ ਬੜੇ ਧਿਆਨ ਨਾਲ ਧਾਰਨੀ ਸਾਹਿਬ ਦੀ ਗੱਲ ਸੁਣੀ ਹੈ, ਔਰ ਇਸ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਇਹ ਗੱਲਾਂ ਕੀ ਕਰਦੇ ਨੇ, ਮਤਲਬ ਇਹਨਾਂ ਨੂੰ ਬਿਲਕੁਲ ਹੀ ਗੱਲ ਕਰਨ ਤੋਂ ਪਹਿਲਾਂ ਇਹ ਮਾੜਾ ਮੋਟਾ ਬੰਦਾ ਸੋਚ ਲੈਂਦਾ ਕੀ ਗੱਲ ਕਰਨ ਲੱਗੇ। ਇਹ ਕਿਹੜੇ ਆਦਰਸ਼ਵਾਦੀ ਨੇ ਤੇ ਕਿਹੜੇ ਵਿਚਾਰਧਾਰਾ ਦੇ ਨਾਲ ਇਹ ਲੱਗੇ ਹੋਏ ਨੇ। ਤੁਸੀਂ ਇਹ ਦੇਖੋ, ਜਦੋਂ ਆਰਡੀਨੈਂਸ ਦੀ ਸਪੋਰਟ ਚਾਹੀਦੀ ਹੈ, ਕੱਲਾ ਆਰਡੀਨੈਂਸ, ਤੇ ਉਹਦੇ ਤਾਂ ਅਸੀਂ ਗੱਲ ਕਰਾਂਗੇ। ਔਰ ਉਹਦੇ ਵਿੱਚ ਤੁਸੀਂ ਦੇਖੋ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇੰਨਾ ਜ਼ੋਰ ਲਾਇਆ ਤੇ ਉੱਥੇ ਪ੍ਰੈਸ ਕਾਨਫਰੰਸ ਵੀ ਨਹੀਂ ਅਟੈਂਡ ਕੀਤੀ। ਹੁਣ ਇਹ ਬੈਂਗਲੌਰ ਤਾਂ ਸ਼ਾਇਦ ਜਾਣਗੇ ਹੀ, ਤੇ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਕਿਤੇ।
ਤੇ ਗੱਲਾਂ ਇਹ ਕਹਿੰਦੇ ਸਾਨੂੰ ਸਿੱਖਿਆ ਦਿੰਦੇ ਨੇ ਕਿ ਇੰਨੀ ਵੀ ਦੁਸ਼ਮਣੀ ਨਾ ਕਰੋ। ਸਾਡੀ ਦੁਸ਼ਮਣੀ ਕੋਈ ਸਾਡੇ ਸਿਆਸੀ ਵਿਚਾਰ ਵੱਖਰੇ ਹੋ ਸਕਦੇ ਨੇ, ਸਾਡੀ ਜਿਹੜੀ ਇਹ ਹਿੰਦੂ ਸਿੱਖ ਭਾਈਚਾਰਾ ਹੈਗਾ ਜਾਂ ਜਿਹੜੀ ਸਾਡੀ ਸਾਂਝ ਹੈਗੀ ਹੈ ਜਾਂ ਸਾਡੀ ਸਮਾਜਿਕ ਸਾਂਝ ਹੈ, ਰਾਜਨੀਤਿਕ ਸਾਡੇ ਵੱਖਰੇਵੇਂ ਹੋ ਸਕਦੇ ਨੇ, ਪਰ ਸਾਡੀ ਸਮਾਜਿਕ ਸਾਂਝ ਤਾਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈਗੀ। ਇੱਥੇ ਅਸੀਂ ਕਿੱਦਾਂ ਕਹਿ ਸਕਦੇ ਕਿ ਹੱਥ ਮਿਲਾਉਣ ਜੋਗੇ ਨਹੀਂ ਹੈਗੇ। ਅਸੀਂ ਇਹਨਾਂ ਵਰਗੇ ਨਹੀਂ ਹੈਗੇ ਜਿਹੜੇ ਜਿੱਦੇ ਏਦਾਂ ਬਹੁਤ ਘਟੀਆ ਸਿਆਸਤ ਘਟੀਆ ਗੱਲਾਂ ਕਰਦੇ ਨੇ। ਤੁਸੀਂ ਇਹ ਦੇਖੋ ਵੀ ਇਹਨਾਂ ਦੀ ਕਿਹੜੀ ਗੱਲ ਹੈਗੀ ਜਿਸ ਤੇ ਲੋਕ ਵਿਸ਼ਵਾਸ ਕਰਨ। ਪਹਿਲਾਂ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਲੋਟਸ ਦੀ ਗੱਲ ਕੀਤੀ, ਫਿਰ ਉਹ ਚੰਨੀ ਦੀ ਕਰਦੀ ਕਿ 2 ਕਰੋੜ ਦਾ ਸੀਗਾ। ਚਲੋ ਆਪਾਂ ਮੁੱਦੇ ਤੇ ਆ ਜਾਈਏ, ਉਹਨਾਂ ਤੋਂ ਜਵਾਬ ਲੈ ਲਾਂਗੇ। ਚੰਨੀ ਜੀ ਆਪਾਂ ਮੁੱਦੇ ਤੇ ਆ ਜਾਈਏ। ਮੈਂ ਇਸੇ ਰਿਕੁਐਸਟ ਕਰ ਰਿਹਾ, ਸਮਾਂ ਨਿਕਲਦਾ ਰਹਿੰਦਾ, ਪਲੀਜ਼। ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਸਾਡੀਆਂ ਪਾਲਿਸੀਜ਼ ਜੇ ਸਾਡੇ ਅਕ੍ਰੋਸ ਇੰਡੀਆ ਠੀਕ ਹੈਗੀਆਂ ਨੇ, ਉਹ ਪਾਲਿਸੀ ਪੰਜਾਬ ਦੇ ਲੋਕ ਤਾਂ ਬਹੁਤ ਜ਼ਿਆਦਾ ਸਮਝਦਾਰ ਨੇ, ਸਿਆਣੇ ਨੇ, ਐਪਰੀਸ਼ੀਏਟ ਕਰ ਸਕਦੇ ਨੇ, ਡਿਸਟਿੰਗੁਇਸ਼ ਕਰ ਸਕਦੇ ਨੇ, ਐਨਾਲਾਈਜ਼ ਕਰ ਸਕਦੇ ਨੇ। ਸਾਡੀਆਂ ਪਾਲਿਸੀਆਂ ਸਾਡੇ ਕੰਮ ਆਉਣਗੀਆਂ। ਜਿਹੜੀ ਬੀਜੇਪੀ ਹੈਗੀ ਹੈ ਪੰਜਾਬ ਦੇ ਵਿੱਚ, ਉਹ ਬਹੁਤ ਸਿਰ ਕੱਢ ਵੀ ਪੋਜੀਸ਼ਨ ਤੇ ਆਏਗੀ। ਨਹੀਂ, ਪਰ ਆਲਰੇਡੀ 2 ਵਾਰੀ ਇਲੈਕਸ਼ਨ ਦੇ ਵਿੱਚ ਉਸ ਤਰੀਕੇ ਦੀ ਪਰਫਾਰਮੈਂਸ ਨਹੀਂ ਰਹੀ ਚੰਨੀ ਜੀ, ਜਿਸ ਤਰੀਕੇ ਦੀ ਆਲ ਓਵਰ ਇੰਡੀਆ ਰਹੀ ਹੈ। 300+ ਸੀਟਾਂ ਬੀਜੇਪੀ ਦੀਆਂ, ਪਰ ਪੰਜਾਬ ਦੇ ਵਿੱਚ ਉਸ ਤਰੀਕੇ ਦੀ ਪਰਫਾਰਮੈਂਸ। ਇਨਫੈਕਟ ਉਸ ਟਾਈਮ ਤਾਂ ਤੁਸੀਂ ਅਲਾਈਅੰਸ ਦੇ ਵਿੱਚ ਸੀ। ਨਹੀਂ ਦੇਖੋ, ਗੱਲ ਕਈ ਇਸ਼ੂਜ਼ ਵਿੱਚ ਆ ਜਾਂਦੇ ਨੇ, ਕਈ ਸਿਚੁਏਸ਼ਨਸ ਇਦਾਂ ਦੀਆਂ ਆ ਜਾਂਦੀਆਂ ਨੇ, ਜਿਹੜੇ ਫਾਰਮੂਲਾਜ਼ ਦੀ ਗੱਲ ਉਹ ਆ ਗਈ ਜਾਂ ਕੋਈ ਹੋਰ ਇਦਾਂ ਦੇ ਆ ਜਾਂਦੇ ਨੇ, ਉਹ ਅਸੀਂ ਉਹਨਾਂ ਤੇ ਵੀ ਐਕਸ਼ਨ ਲੈ ਆਪਣਾ ਪੱਖ ਰੱਖਾਂਗੇ, ਆਪਣੀ ਗੱਲ ਕਰਾਂਗੇ, ਲੋਕਾਂ ਦੇ ਵਿੱਚ ਜਾਵਾਂਗੇ, ਔਰ ਸਾਰਾ ਅਸੀਂ ਜਿਹੜੀ ਵਿਚਾਰਧਾਰਾ ਹੈਗੀ ਹੈ ਉਹਦੇ ਤੇ ਦੁਨੀਆ ਨੇ ਗਲਤੀ ਅੱਗੇ ਹੋ ਜਾਂਦੀ। ਠੀਕ ਹੈ, ਇਹ ਨਹੀਂ ਕਿ ਅਸੀਂ ਉੱਥੇ ਨਹੀਂ ਆ ਸਕਦੇ। ਮੈਂ ਇਸ ਪੁਆਇੰਟ ਦੇ ਉੱਤੇ ਆਵਾਂਗਾ। ਇੱਕ ਵਾਰ ਤਵਨ ਜੀ ਦਾ ਰਿਐਕਸ਼ਨ ਲੈ ਲਾਂ। ਬਹੁਤ ਦੇਰ ਦੇ ਮੁਸਕਰਾ ਵੀ ਰਹੇ ਨੇ ਪੰਦੇੜ ਸਾਹਿਬ, ਮੈਂ ਉਹਨਾਂ ਦਾ ਵੀ ਰੁਕ ਕਰਨਾ ਹੈ। ਤਵਨ ਜੀ। ਗੌਰਵ ਜੀ, ਮੈਂ ਦੋਨੋਂ ਬੁਲਾਰਿਆਂ ਦੀ ਗੱਲ ਸੁਣੀ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਚਾਹੇ ਚੰਨੀ ਸਾਹਿਬ ਭਾਜਪਾ ਦੇ ਹੋਣ। ਬੜੀ ਹਾਸੇਜਨਕ ਗੱਲਾਂ ਕੀਤੀਆਂ ਇਹਨਾਂ ਨੇ। ਮੈਂ ਪਹਿਲੇ ਇੱਕ ਕਰਕੇ ਦੋਨਾਂ ਨੂੰ ਜਿਹੜਾ ਆਇਨਾ ਵਿਖਾ ਦੇਣਾ, ਜਿਹੜਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਦਿਖਾਇਆ ਸੀ, ਲੇਕਿਨ ਅੱਜ ਤੱਕ ਇਹ ਆਪਣੀ ਪੀੜ੍ਹੀ ਛੋਟਾ ਮਾਰ ਕੇ ਨਹੀਂ ਦੇਖ ਸਕੇ। ਸਭ ਤੋਂ ਪਹਿਲੇ ਗੱਲ ਮੈਂ ਕਰਦਾ ਧਾਰਨੀ ਸਾਹਿਬ ਦੀ। ਧਾਰਨੀ ਸਾਹਿਬ 15 ਦਲ ਜਿਹੜੇ ਵੱਖ-ਵੱਖ ਦਲ ਦੇ ਇਸ ਦੇਸ਼ ਦੇ ਰਾਜਨੀਤਿਕ ਦਲ ਉੱਥੇ ਇਕੱਠੇ ਹੋਏ ਸੀ ਔਰ ਦੇਸ਼ ਹਿੱਤ ਦੇ ਵਿੱਚ ਪਟਨਾ ਵਿੱਚ ਮੀਟਿੰਗ ਹੋਈ ਸੀ, ਜਿੱਥੇ ਸ਼੍ਰੋਮਣੀ ਅਕਾਲੀ ਦਲ ਨਹੀਂ ਪਹੁੰਚਿਆ। ਤੁਸੀਂ ਉੱਥੇ ਨਾ ਪਹੁੰਚ ਕੇ ਭਾਜਪਾ ਦਾ ਪੱਖ ਪਾਰਿਆ ਹੈ। ਇਹ ਤੁਸੀਂ ਇਹ ਮੰਨੋ ਜਾਂ ਨਾ ਮੰਨੋ, ਲੇਕਿਨ ਤੁਸੀਂ ਭਾਜਪਾ ਦੇ ਕਿਤੇ ਨਾ ਕਿਤੇ ਹਿੱਤ ਵਿੱਚ ਇਹ ਕੰਮ ਕੀਤਾ ਹੈ। ਸੋ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਉੱਥੇ ਕਿਉਂ ਨਹੀਂ ਪਹੁੰਚੇ ਜਾਂ ਤੁਹਾਨੂੰ ਬੁਲਾਇਆ ਨਹੀਂ ਗਿਆ। ਕਿਆ ਦੇਸ਼ ਦੇ ਬਾਕੀ ਵਿਰੋਧੀ ਦਲ ਤੁਹਾਨੂੰ ਪੰਜਾਬ ਦਾ ਜਾਂ ਇਸ ਦੇਸ਼ ਦਾ ਦਲ ਨਹੀਂ ਗਿਣਦੇ? ਪਹਿਲੀ ਗੱਲ। ਦੂਸਰੀ ਗੱਲ, ਭਾਜਪਾ ਦੇ ਬੁਲਾਰੇ ਗੱਲ ਕਰ ਰਹੇ ਸੀ ਚੰਨੀ ਸਾਹਿਬ, ਤੁਸੀਂ ਭਾਜਪਾ ਦੀ ਪਾਲਿਸੀਜ਼ ਦੀਆਂ ਗੱਲ ਕੀਤੀਆਂ। ਹੁਣ ਸੱਚ ਵੀ ਸੁਣ ਲਓ। ਸੱਚ ਕੜਵਾ ਹੈ, ਮੈਨੂੰ ਪਤਾ ਹੈ, ਚੁਭਣਾ ਜ਼ਰੂਰ ਹੈ। ਤੁਸੀਂ ਗੱਲ ਕੀਤੀ 2 ਕਰੋੜ ਨੌਕਰੀਆਂ। ਸਾਡੇ ਮਾਨਯੋਗ ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗਾ। ਕੀਤਾ ਕੀ? ਤੁਹਾਨੂੰ ਪਤਾ ਹੈ ਕਿ ਲੋਕਾਂ ਨੂੰ 2 ਕਰੋੜ ਨੌਕਰੀਆਂ ਕੀ, ਲੋਕੀ ਅੱਜ ਮਹਿੰਗਾਈ ਦੇ ਵਿੱਚ ਤਰਾ ਕਰ ਉੱਠੇ ਨੇ। ਦੂਸਰੀ ਗੱਲ, ਬੁਲੇਟ ਟ੍ਰੇਨ ਦੇ ਵਿੱਚ ਮੇਰੇ ਖਿਆਲ ਨਾਲ ਤੁਸੀਂ ਸਫ਼ਰ ਕਰ ਲਿਆ ਹੋਣਾ, ਜਿਹੜਾ ਪੰਜਾਬ ਤੇ ਦੇਸ਼ ਦੇ ਲੋਕਾਂ ਨੇ ਨਹੀਂ ਕੀਤਾ। ਸੋ ਹਰ ਪਾਲਿਸੀ, ਜੇ ਕਿਸੇ ਨੂੰ ਭਾਰਤੀ ਜੁਮਲਾ ਪਾਰਟੀ ਕਿਹਾ ਜਾਂਦਾ ਨਾ, ਤਾਂ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜੁਮਲਾ ਪਾਰਟੀ ਕਿਹਾ ਜਾਂਦਾ ਹੈ। ਦੂਸਰਾ, ਮਾਨਯੋਗ ਸਾਡੇ ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਸਭ ਤੋਂ ਵੱਡੇ ਜੁਮਲੇਬਾਜ਼ ਸਾਬਿਤ ਹੋਏ। ਸੋ ਇਸ ਕਰਕੇ ਤੁਸੀਂ ਆਪ ਦਾ ਪੀੜੀ ਹੇਠ ਛੋਟਾ ਮਾਰੋ ਕਿ ਪੰਜਾਬ ਦੇ ਲੋਕਾਂ ਨੇ, ਦੇਸ਼ ਦੇ ਲੋਕਾਂ ਨੇ ਤੁਹਾਨੂੰ ਨਖਾਰਿਆ ਹੈ। ਤੁਹਾਨੂੰ ਇਹ ਗੱਲ ਤੋਂ ਚਾਨਣਾ ਪੈਣਾ ਚਾਹੀਦਾ ਹੈ। ਰੱਸੀ ਜਲ ਗਈ ਪਰ ਬਲ ਨਹੀਂ ਗਿਆ। ਸੋ ਗੌਰਵ ਜੀ, ਮੈਂ ਸਮਝਦਾ ਹਾਂ ਦੋਨੋਂ ਤੁਸੀਂ ਅੰਕੜਿਆਂ ਦੀ ਗੱਲ ਕਰ ਰਹੇ ਸੀ ਸਰ, ਤੁਸੀਂ ਅੰਕੜਿਆਂ ਦੀ ਗੱਲ ਕਰ ਰਹੇ ਸੀ ਕਿ 2% ਵੋਟ ਪਈ ਹੈ, ਸਿਰਫ 2% ਵੋਟ ਪਈ ਹੈ। 2.1% ਹੈ ਧਾਰਨੀ ਸਾਹਿਬ ਅੰਕੜਾ ਦੱਸ ਰਹੇ ਸੀ। ਧਾਰਨੀ ਸਾਹਿਬ ਨੂੰ ਮੈਂ ਤਾਂ ਕਿਹਾ ਜੀ, ਇਹਨਾਂ ਨੇ ਇੱਕ ਉਂਗਲੀ ਸਾਡੇ ਵੱਲ ਕੀਤੀ, 4 ਉਂਗਲੀਆਂ ਇਹਨਾਂ ਦੇ ਵੱਲ ਸੀ। ਇਹਨਾਂ ਨੇ ਧਿਆਨ ਨਹੀਂ ਦਿੱਤਾ ਜਿਹੜਾ 2023 ਵਿੱਚ ਵਰਤਮਾਨ ਸਮਾਂ ਹੈ, ਉਹਦੇ ਵਿੱਚ ਜਿਮਨੀ ਚੋਣਾਂ ਜੇ ਜਲੰਧਰ ਦੀਆਂ ਹੋਈਆਂ, ਪੰਜਾਬ ਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ। ਉਹ ਕੇਂਦਰ ਨਾਲ ਜੁੜੀ ਇਲੈਕਸ਼ਨ ਸੀ। ਦੂਸਰੀ ਗੱਲ, ਜਿਹੜਾ 42% ਵੋਟ ਬੈਂਕ ਸ਼ੇਅਰ ਸਾਡੇ ਕੋਲ ਪੰਜਾਬ ਦੇ ਲੋਕਾਂ ਨੇ ਸਾਨੂੰ ਬੰਦਾ, ਸਾਨੂੰ ਮਾਨ ਦਿੱਤਾ ਹੈ, ਉਸ ਦੇ ਵਿੱਚ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਹੱਕ ਪੂਰ ਰਹੇ ਨੇ, ਫਤਵਾ ਦੇ ਰਹੇ ਨੇ। 16 ਮਹੀਨਿਆਂ ਵਿੱਚ 10 ਟੋਲ ਪਲਾਜ਼ੇ ਬੰਦ ਹੋ ਜਾਣਾ, ਪੰਜਾਬ ਦੇ ਵਿੱਚ 29,000 ਨੌਕਰੀਆਂ ਦੇ ਦੇਣਾ, ਜੇ ਮੈਂ ਗੱਲ ਕਰਾਂ 584 ਮਹੱਲਾ ਕਲੀਨਿਕ ਖੋਲ ਦੇਣਾ, ਬੜੇ ਵੱਡੀਆਂ ਔਰ ਸ਼ਲਾਘਾਯੋਗ ਕਦਮ ਨੇ। ਜਵਾਬ ਲੈ ਲਓ ਸਰ, ਜਵਾਬ ਲੈ ਲਓ। ਸ਼ਲਾਘਾ ਕਰ ਰਹੀ ਹੈ, ਕਿਸੇ ਨੂੰ ਨਹੀਂ ਸਮਝ ਆ ਰਿਹਾ, ਵਿਰੋਧੀ ਪਾਰਟੀਆਂ ਨੂੰ ਸਮਝ ਨਹੀਂ ਆ ਰਿਹਾ। ਗੱਲ ਇਹ ਕਿ ਆਪਾਂ ਗੜਜੋੜ ਦੇ ਉੱਤੇ ਫੋਕਸ ਕਰਨ ਦੀ ਕੋਸ਼ਿਸ਼ ਹੈ। ਇੱਕ ਗੜਜੋੜ ਤੁਹਾਡੇ ਵਾਲੇ ਪਾਸੇ ਵੀ ਹੋ ਸਕਦਾ ਹੈ, ਆਮ ਆਦਮੀ ਪਾਰਟੀ ਦਾ ਵੀ। ਜੇਕਰ ਉਹ ਪੂਰੇ ਦੇਸ਼ ਦੇ ਵਿੱਚ ਗੜਜੋੜ 15 ਪਾਰਟੀਆਂ ਵਾਲਾ ਹੋ ਗਿਆ ਤਾਂ ਉਸ ਦਾ ਪੰਜਾਬ ਦੇ ਉੱਤੇ ਅਸਰ ਵੀ ਨਜ਼ਰ ਆ ਸਕਦਾ। ਤੁਸੀਂ ਬਖੂਬੀ ਜਾਣਦੇ ਹੋ, ਸਮਝਦੇ ਹੋ। ਚੰਨੀ ਜੀ, ਪਹਿਲਾਂ ਤੁਹਾਡਾ ਰਿਐਕਸ਼ਨ। ਬੀਜੇਪੀ ਦੇ ਉੱਤੇ ਬਹੁਤ ਹਮਲਾਵਰ ਸੀ। ਪੰਦੇੜ ਸਾਹਿਬ, ਮੈਂ ਆ ਰਿਹਾ, ਥੋੜਾ ਇੱਕ ਰਿਐਕਸ਼ਨ ਜ਼ਰੂਰੀ ਹੈ ਇੱਥੇ। ਇਹ ਜਿਹੜੇ ਪਰਨਵ ਜੀ ਨੇ, ਇਹਨਾਂ ਨੂੰ ਇਹ ਪੁੱਛੋ ਪਹਿਲਾਂ ਸੰਗਰੂਰ ਬਾਰੇ ਦੱਸ ਦੇਣ ਵੀ ਸੰਗਰੂਰ ਕੀ ਸੀ, ਤੇ ਜਦੋਂ 2019 ਦੀਆਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਇਹਨਾਂ ਦਾ ਕੀ ਹਾਲ ਹੋਇਆ ਸੀ। ਇਹ ਤਾਂ ਇਹਨਾਂ ਦੇ ਟ੍ਰੇਨ ਬਾਰੇ ਦੱਸ ਦਿਓ। ਬਟੇਰਾ ਆ ਗਿਆ ਤੇ ਗੱਲਾਂ। ਤੇ ਇੱਕ ਮਿੰਟ ਸੁਣ ਵੀ ਲਓ ਯਾਰ, ਅਸੀਂ ਬੋਲੇ ਤੁਹਾਡੇ ਵਿੱਚ। ਹੁਣ ਜਿਹੜਾ ਟੋਲ ਪਲਾਜ਼ਾ ਬੰਦ ਕਰਕੇ ਆਏ, ਇਹ ਤਾਂ ਵੈਸੇ ਹੀ ਬੰਦ ਹੋਣਾ ਸੀ।
ਜੇ ਇੰਨੀ ਜ਼ਰੂਰਤ ਹੈਗੀ ਆ ਤਾਂ ਜਿਹੜੇ ਟੋਲ ਪਲਾਜ਼ੇ ਇਹਨਾਂ ਨੇ ਹੁਣ ਸ਼ੁਰੂ ਕੀਤੇ ਆ ਅੰਮ੍ਰਿਤਸਰ ਬਠਿੰਡਾ ਰੋਡ ਤੇ ਇੱਧਰ ਦਰਾਹਾ ਨੀਲੋ ਕੋਲੇ, ਉਹ ਬੰਦ ਕਰਕੇ ਦਿਖਾਵੇ ਕਿ ਜੀ ਮੈਂ ਬੰਦ ਕੀਤੇ ਆ ਤੇ ਮੈਂ ਦਊਂਗਾ ਪੈਸੇ, ਲੋਕਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ। ਤੇ ਜੇ ਉਹ 2019 ਚ ਬੰਦ ਹੋਣਾ ਸੀ ਤੇ ਫਿਰ ਗੱਲ ਤਾਂ ਕਰਨ ਜੇ ਰਿਕਵਰੀ ਕਰਨ, ਕੇਸ ਦਰਜ ਕਰਨ। ਠੀਕ ਹੈ ਜਿਹੜਾ 45-50 ਕਰੋੜ ਰੁਪਇਆ। ਚਲੋ ਆਪਾਂ ਟੌਪਿਕ ਤੇ ਵਾਪਸ ਆ ਜਾਈਏ ਸਰ, ਕਿਉਂਕਿ ਵੱਖ-ਵੱਖ ਇਸ਼ੂਜ਼ ਦੇ ਇਨਫੈਕਟ ਟੋਲ ਪਲਾਜ਼ਾ ਦੇ ਉੱਤੇ ਇੱਕ ਦਿਨ ਪਹਿਲਾਂ ਆਪਾਂ ਬੜੀ ਤਫਸੀਲ ਦੇ ਨਾਲ ਗੱਲਬਾਤ ਕੀਤੀ ਹੈ। ਪੰਦੇੜ ਸਾਹਿਬ, ਮੈਂ ਧਾਰਨੀ ਜਾਣਾ ਤੁਹਾਡੇ ਕੋਲ। ਪੰਦੇੜ ਸਾਹਿਬ, ਮੈਂ ਵਾਪਸ ਗੜਜੋੜ ਵਾਲੇ ਮੁੱਦੇ ਉੱਤੇ ਹੀ ਰਹਿਣਾ ਚਾਹੂੰਗਾ ਕਿਉਂਕਿ ਆਪਾਂ ਡਿਬੇਟ ਦਾ ਉਹ ਟੌਪਿਕ ਚੂਜ਼ ਕੀਤਾ ਅੱਜ। ਤੁਹਾਡੀ ਸਮਝ ਕੀ ਕਹਿੰਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ, ਮੈਂ ਪੰਜਾਬ ਦੇ ਔਰ ਦੇਸ਼ ਦੇ ਬਿਲਕੁਲ ਐਂਗਲ ਤੋਂ ਸੋਚਾਂ, ਲੋਕ ਵੀ ਇਸ ਸਮੇਂ ਉਸੇ ਤਰੀਕੇ ਨਾਲ ਸੋਚ ਰਹੇ ਹੋਣੇ ਨੇ ਕਿ ਬੀਜੇਪੀ ਜਾਂ ਅਕਾਲੀ ਦਲ ਦੋਵਾਂ ਦੇ ਵਿੱਚੋਂ ਕਿਸੇ ਪਾਰਟੀ ਨੂੰ ਬਹੁਤ ਜ਼ਰੂਰੀ ਜਾਂ ਮਜਬੂਰੀ ਟਾਈਪ ਲੱਗਦਾ ਹੈ ਕਿ ਹਾਂ ਉਹਨਾਂ ਨੂੰ ਗੜਜੋੜ ਕਰਨਾ ਹੀ ਹੋਵੇਗਾ ਜਾਂ ਚਾਹੀਦਾ ਹੀ ਹੈ? ਗੌਰਵ ਜੀ, ਦੋਹਾਂ ਨੂੰ ਗੱਠਜੋੜ ਦੀ ਲੋੜ ਤਾਂ ਪੈਣੀ ਹੈ ਕਿਉਂਕਿ ਇਹੀ ਜਿਹੜੀ ਜ਼ਰੂਰਤ ਹੈ ਮਹਿਸੂਸ ਹੋਈ ਸੀ 1996 ਦੇ ਵਿੱਚ ਜਦੋਂ ਪੰਜਾਬ ਬਹੁਤ ਹੀ ਮੁਸ਼ਕਲ ਦੌਰ ਚੋਂ ਬਾਹਰ ਆਇਆ ਸੀ ਔਰ ਦੋਨੋਂ ਪਾਰਟੀ ਦੀ ਉਸ ਵੇਲੇ ਬੜੀ ਮੈਚੁਰ ਲੀਡਰਸ਼ਿਪ ਸੀਗੀ ਜਿਹਨੇ ਇਹ ਫੈਸਲਾ ਕੀਤਾ ਸੀ ਕਿ ਪੰਜਾਬ ਨੂੰ ਇੱਕ ਹੀਲਿੰਗ ਪ੍ਰੋਸੈਸ ਚਾਹੀਦਾ, ਉਹਦੇ ਵਾਸਤੇ ਗੱਠਜੋੜ ਕੀਤਾ। ਔਰ ਕੀ ਉਸ ਨੂੰ ਹੀਲ ਕਰ ਸਕਿਆ ਜਾਂ ਨਹੀਂ ਕਰ ਸਕਿਆ, ਇਹ ਸਾਡੇ ਦਰਸ਼ਕ ਜ਼ਿਆਦਾ ਸਮਝਦੇ ਨੇ ਵੀ ਉਹ ਹੀਲਿੰਗ ਪ੍ਰੋਸੈਸ ਕਿੱਧਰ ਨੂੰ ਚਲਾ ਗਿਆ, ਪਰ ਉਹਦੀ ਜਿਹੜੀ ਜ਼ਰੂਰਤ ਉਸ ਲਈ ਸਮਝੀ ਗਈ ਸੀ। ਹੁਣ ਜਿਹੜੀ ਹੈਗੀ ਆ ਜਿਹੜੀ ਹੁਣ ਇਸ ਵੇਲੇ ਗੱਠਜੋੜ ਦੀ ਗੱਲ ਆ, ਉਹ ਬਿਲਕੁਲ ਜਿਹੜੀਆਂ ਸਰਕਮਸਟੈਂਸਿਸ ਨੇ ਉਹ ਸਾਰੇ ਬਦਲ ਚੁੱਕੇ ਨੇ, ਸਿਚੁਏਸ਼ਨ ਹੋਰ ਹੈ ਹੁਣ ਬਿਲਕੁਲ। ਉਸ ਤੋਂ ਬਾਅਦ ਜਿਹੜੀ ਅਸੀਂ ਦੇਖਿਆ ਜਦੋਂ ਅਟਲ ਬਿਹਾਰੀ ਵਾਜਪਾਈ ਸੀਗੇ, ਉਦੋਂ ਭਾਰਤ ਸਾਰੇ ਨੇ ਜਿਹੜੀ ਗੱਠਜੋੜ ਦੀ ਰਾਜਨੀਤੀ ਨੂੰ ਟਰਾਈ ਕੀਤਾ ਔਰ ਉਹਦੇ ਵਿੱਚ ਗੱਠਜੋੜ ਦੀਆਂ ਸੈਂਟਰ ਦੇ ਵਿੱਚ ਵੀ ਸਰਕਾਰਾਂ ਬਣੀਆਂ, ਸੂਬਿਆਂ 'ਚ ਵੀ ਸਰਕਾਰਾਂ ਬਣੀਆਂ, ਰੀਜਨਲ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਦੇ ਨਾਲ ਜਿਹੜਾ ਹੈਗਾ ਗੱਠਜੋੜ ਕੀਤੇ ਆ, ਕਾਂਗਰਸ ਨੇ ਗੱਠਜੋੜ ਕੀਤੇ ਨੇ, ਬੀਜੇਪੀ ਨੇ, UPA ਬਣਿਆ, NDA ਬਣਿਆ, ਇਹ ਗੱਠਜੋੜ ਬਣੇ ਹੀ ਬਣੇ ਆ ਔਰ ਇਹਨਾਂ ਨੇ ਕੇਂਦਰ 'ਚ ਸਰਕਾਰਾਂ ਬਣਾਈਆਂ ਔਰ ਇਹ ਜਿਹੜਾ ਇੱਕ ਟੈਸਟਡ ਫਾਰਮੂਲਾ ਸਾਡੇ ਕੋਲੇ ਆਲਰੇਡੀ ਹੈਗਾ ਔਰ ਇਹ ਸਕਸੈਸਫੁਲ ਵੀ ਰਿਹਾ, ਜਿਹਦੇ ਨਾਲ ਸੈਂਟਰ ਦੇ ਵਿੱਚ ਉਹ ਪਹਿਲੀ ਵਾਰੀ ਤੁਹਾਨੂੰ ਇਹ ਦੇਖਿਆ ਕਿ ਗੱਠਜੋੜਾਂ ਦੇ ਰਾਹੀਂ ਜਿਹੜੀਆਂ ਰੀਜਨਲ ਪਾਰਟੀਆਂ ਸੀਗੀਆਂ ਉਹਨਾਂ ਨੂੰ ਕੇਂਦਰ ਦੇ ਵਿੱਚ ਜਿਹੜਾ ਸੀਗਾ ਉਹ ਪਾਵਰ ਸ਼ੇਅਰ ਕਰਨ ਦਾ ਮੌਕਾ ਮਿਲਿਆ। ਨਹੀਂ ਤਾਂ ਜਿਸ ਤਰ੍ਹਾਂ ਜਿਹੜਾ ਅਕਾਲੀ ਦਲ ਸੀ ਉਹ ਕਿਸੇ ਟਾਈਮ ਤੇ ਜਿਹੜਾ ਐਂਟੀ ਸੈਂਟਰ ਸਟੈਂਡ ਲੈਂਦਾ ਹੁੰਦਾ ਸੀ, ਉਹਨੇ ਬਦਲ ਕੇ ਆਪਣਾ ਐਂਟੀ ਕਾਂਗਰਸੀ ਸਟੈਂਡ ਰੱਖ ਲਿਆ ਕਿਉਂਕਿ ਉਹ ਜਿਹੜਾ ਫੈਡਰਲ ਸਟਰਕਚਰ ਦਾ ਵੀ ਜਿਹੜਾ ਅਕਾਲੀ ਦਲ ਦਾ ਆਪਣਾ ਸਟੈਂਡ ਹੁੰਦਾ ਸੀ ਉਹਦੇ ਚ ਉਹਨਾਂ ਨੇ ਡਾਇਲਿਊਟ ਕਰ ਲਿਆ ਸੀ। ਸੋ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਨੇ ਉਹਦੇ ਚ ਵੀ ਜਿਹੜਾ ਤੁਹਾਨੂੰ ਨਜ਼ਰ ਆਉਂਦਾ। ਪਰ ਜਿਹੜੀ ਹੁਣ ਪ੍ਰੋਬਲਮ ਹੈ ਕਿ ਬੀਜੇਪੀ ਜਦੋਂ ਇਹ ਗੱਲ ਕਰਦੀ ਹੈ, ਦੋਨੋਂ ਪਾਰਟੀਆਂ ਨੇ ਉਹ ਹੁਣ ਇਸ ਵੇਲੇ ਇੱਕ ਦੂਜੇ ਦੀਆਂ ਲਾਇਬਿਲਿਟੀਜ਼ ਵੀ ਨਾਪ ਤੋਲ ਰਹੀਆਂ ਵੀ ਜਿਹੜੀ ਅਕਾਲੀ ਦਲ ਦੀ ਪਰਫਾਰਮੈਂਸ ਰਹੀ ਹੈ ਔਰ ਬੀਜੇਪੀ ਦੀ ਪਰਫਾਰਮੈਂਸ ਹੈ। ਹੁਣ ਬੀਜੇਪੀ ਨੈਸ਼ਨਲ ਲੈਵਲ ਦੇ ਉੱਤੇ ਵੀ ਕਈ ਮੁੱਦਿਆਂ ਦੇ ਉੱਪਰ ਡਿਫੈਂਸਿਵ ਤੇ ਹੈ। ਸੋ ਜਿਹੜੀ ਇੱਕ ਦੂਜੇ ਦੀ ਲਾਇਬਿਲਿਟੀਜ਼ ਵੀ ਜਦੋਂ ਤੁਸੀਂ ਗੱਠਜੋੜ ਲੈਂਦੇ ਹੋ, ਜੇ ਤੁਸੀਂ ਇੱਕ ਦੂਜੇ ਦੀ ਸਟਰੈਂਥ ਲੈਂਦੇ ਹੋ ਤਾਂ ਫਿਰ ਉਹਨੂੰ ਸ਼ੇਅਰ ਕਰਦੇ ਹੋ ਤਾਂ ਲਾਇਬਿਲਿਟੀਜ਼ ਵੀ ਤੁਹਾਨੂੰ ਸ਼ੇਅਰ ਕਰਨੀਆਂ ਪੈਣੀਆਂ ਨੇ। ਜੋ ਚੰਨੀ ਸਾਹਿਬ ਕਹਿ ਰਹੇ ਸੀਗੇ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਸਾਨੂੰ ਤਾਂ ਪਿਛਲੇ ਟਾਈਮ ਦੇ ਉੱਤੇ ਜਦੋਂ ਗੱਠਜੋੜ ਸੀਗਾ ਬੀਜੇਪੀ ਨੂੰ ਤਾਂ ਮੌਕਾ ਹੀ ਨਹੀਂ ਸੀ ਮਿਲਦਾ। ਇਹਨਾਂ ਦੇ ਵੱਡੇ ਵੱਡੇ ਲੀਡਰ ਔਰ ਮੈਂ ਤਾਂ ਅਸੈਂਬਲੀ ਦੇ ਵਿੱਚ ਕਈ ਵਾਰੀ ਬਾਦਲ ਸਾਹਿਬ ਨੂੰ ਕਹਿੰਦੇ ਸੁਣਿਆ ਕਿ ਜੇ ਤੁਹਾਡੀ ਪਾਰਟੀ ਦੀ ਹਾਈ ਕਮਾਂਡ ਤੁਹਾਨੂੰ ਨਹੀਂ ਸੁਣਦੀ ਤਾਂ ਸਾਨੂੰ ਦੱਸ ਦਿਆ ਕਰੋ, ਅਸੀਂ ਤੁਹਾਡੀ ਪਾਰਟੀ ਦੀ ਹਾਈ ਕਮਾਂਡ ਕੋਲ ਤੁਹਾਡੀ ਗੱਲ ਲੈ ਜਾਇਆ ਕਰਾਂਗੇ। ਬਿਲਕੁਲ ਠੀਕ ਚੰਨੀ ਉਹਨਾਂ ਨੇ ਕਿਹਾ। ਅੱਛਾ, ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਸਰ, ਤੁਸੀਂ ਆਪਣੀ ਗੱਲ ਵੀ ਕੰਪਲੀਟ ਕਰ ਲਿਓ। ਦੋਵਾਂ ਪਾਰਟੀਆਂ ਦੇ ਵਿੱਚੋਂ ਇਸ ਸਮੇਂ ਕਿਸ ਦਾ ਅਪਰ ਹੈਂਡ ਨਜ਼ਰ ਆਉਂਦਾ ਹੈ ਜਾਂ ਤੁਹਾਨੂੰ ਲੱਗਦਾ ਕਿ ਇਕੁਅਲ ਪੋਜੀਸ਼ਨ ਦੇ ਉੱਤੇ ਨੇ, ਨੈਗੋਸ਼ੀਏਟ ਕਰਨ ਵਾਲੇ ਪੋਜੀਸ਼ਨ ਦੇ ਵਿੱਚ? ਪੰਜਾਬ ਦੇ ਵਿੱਚ ਇਸ ਵੇਲੇ ਕਿਸੇ ਦਾ ਅਪਰ ਹੈਂਡ ਨਹੀਂ ਹੈ, ਦੋਨੋਂ ਜਣੀਆਂ ਡਿਫੈਂਸਿਵ ਪਾਰਟੀ ਹੈਗੀਆਂ ਔਰ ਜਿਹੜਾ ਔਰ ਉਹਦੇ ਵਿੱਚ ਜਿਹੜਾ ਹੈਗਾ ਬੀਜੇਪੀ ਨੇ ਆਪਣਾ ਜਿਹੜਾ ਡਿਫੈਂਸਿਵ ਪਾਰਟੀ ਆ ਉਹ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ ਉਹ ਜ਼ਾਹਿਰ ਕਰ ਦਿੱਤਾ ਕਿਉਂਕਿ ਜਿਹੜੀ ਇੱਕ ਐਡੀ ਵੱਡੀ ਪੁਰਾਣੀ ਪਾਰਟੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਆਪਣੇ ਕਾਡਰ ਦੇ ਵਿੱਚੋਂ ਇੱਕ ਪ੍ਰਧਾਨ ਨਹੀਂ ਮਿਲਿਆ। ਸੋ ਜਿਹੜੇ ਮੈਂ ਸੁਨੀਲ ਜਾਖੜ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਉਸ ਦੇ ਉੱਪਰ ਨਹੀਂ ਸ਼ੱਕ ਕਰ ਰਿਹਾ, ਪਰ ਇਸ ਦੇ ਵਿੱਚ ਜਿਹੜੀ ਬੀਜੇਪੀ ਦੀ ਜਿਹੜੀ ਹੈਗੀ ਆ ਲੀਡਰਸ਼ਿਪ ਇਹ ਨਾਰਮਲੀ ਇੰਪੋਰਟ ਨਹੀਂ ਸੀ ਕਰਦੇ ਆਪਣੇ ਪ੍ਰਧਾਨ ਜਾਂ ਜਿਹੜੇ ਲੀਡਰਸ ਹੁੰਦੇ ਸੀ। ਇਹਨਾਂ ਨੇ ਐਤਕੀ ਇੰਪੋਰਟ ਕੀਤਾ ਜੋ ਇੱਕ ਹੋ ਸਕਦਾ ਇੱਕ ਨਵਾਂ ਜਿਹੜੀ ਹੈਗੀ ਆ ਪਾਲਿਸੀ ਆ ਜਾਂ ਨਵਾਂ ਸਟੈਪ ਆ ਜਾਂ ਨਵਾਂ ਐਕਸਪੈਰੀਮੈਂਟ ਹੋ ਸਕਦਾ ਦੇ ਵਿੱਚ। ਔਰ ਅਸੀਂ ਪੰਜਾਬ ਦੇ ਲੋਕੀ ਆਮ ਤੌਰ ਤੇ ਕਹਿੰਦੇ ਕਿ ਸਿਆਸੀ ਪਾਰਟੀਆਂ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਦੀ ਤਰ੍ਹਾਂ ਕਰਦੀਆਂ, ਕੀ ਬੀਜੇਪੀ ਵੀ ਪ੍ਰਯੋਗਸ਼ਾਲਾ ਦੀ ਤਰ੍ਹਾਂ ਪੰਜਾਬ ਨੂੰ ਵਰਤ ਰਹੀ ਹੈ ਔਰ ਸੋਚ ਰਹੀ ਹੈ ਕਿ ਜੇ ਜਿਨ੍ਹਾਂ ਨੂੰ ਲੋਕਾਂ ਨੂੰ ਅਸੀਂ ਆਪਣੀ ਪਾਰਟੀ ਦੇ ਫੋਲਡ ਵਿੱਚ ਲੈ ਕੇ ਆਉਂਦੇ ਆ ਉਹਨਾਂ ਨੂੰ ਕੋਈ ਅਹੁਦਾ ਦਿੰਦੇ ਆ ਤਾਂ ਉਹਦੇ ਨਾਲ ਕੀ ਹੁੰਦਾ। ਹੁਣ ਉਹਦੇ ਵਿੱਚ ਇਹ ਵੀ ਦੇਖਣ ਵਾਲਾ ਹੋਊਗਾ ਕਿ ਜਿਹੜਾ ਬੀਜੇਪੀ ਦਾ ਟ੍ਰੈਡੀਸ਼ਨਲ ਕਾਡਰ ਆ ਔਰ ਲੀਡਰਸ਼ਿਪ ਹੈ ਉਹ ਇਸ ਨੂੰ ਕਿਸ ਤਰ੍ਹਾਂ ਰਿਸਪੌਂਡ ਕਰਦਾ।
ਸੋ ਇਹ ਮੈਂ ਇੰਟਰਸਟਿੰਗ ਹੈ ਬਿਲਕੁਲ। ਤੁਸੀਂ ਜਿਹੜਾ ਐਕਸਪੈਰੀਮੈਂਟ ਵਾਲੀ ਗੱਲ ਕਰ ਰਹੇ ਹੋ ਕਿ ਵਾਕਈ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਬੀਜੇਪੀ ਦੇ ਵਿੱਚ ਜੇ ਕੋਈ ਬਾਹਰੋਂ ਆਇਆ ਤਾਂ ਇੰਨੀ ਵੱਡੇ ਖਾਸ ਤੌਰ ਤੇ ਜਥੇਬੰਦਕ ਢਾਂਚੇ ਦੇ ਵਿੱਚ ਉਹਨਾਂ ਨੂੰ ਇਸ ਤਰੀਕੇ ਦੀ ਪੋਜੀਸ਼ਨ ਨਹੀਂ ਮਿਲਦੀ ਜਿਵੇਂ ਸੁਨੀਲ ਜਾਖੜ ਨੂੰ ਮਿਲੀ ਹੈ। ਬਹੁਤ ਇੰਟਰਸਟਿੰਗ ਹੈ। ਸੋ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਇੱਕ ਰਿਐਕਸ਼ਨ ਜ਼ਰੂਰ ਲੈਣਾ ਹੈ। ਧਾਰਨੀ ਸਾਹਿਬ, ਗੜਜੋੜ ਦੇ ਉੱਤੇ ਮੈਂ ਫੋਕਸ ਕਰਦੇ ਹੋਏ ਕੀ ਕੋਈ ਅਜਿਹੇ ਮੁੱਦੇ ਹੈ ਜਿਨ੍ਹਾਂ ਦੇ ਉੱਤੇ ਸਹਿਮਤੀ ਬਣਾਉਣੀ ਜ਼ਰੂਰੀ ਹੋਏਗੀ ਜੇਕਰ ਬੀਜੇਪੀ ਵਾਲੇ ਪਾਸੇ ਕੋਈ ਕਦਮ ਵਧਾਇਆ ਜਾਂਦਾ? ਕਿਉਂਕਿ ਇਸ ਸਮੇਂ ਬਹੁਤ ਚਰਚਾਵਾਂ ਨੇ ਬੰਦੀ ਸਿੰਘਾਂ ਦੇ ਮੁੱਦੇ ਦੀ, ਯੂਸੀਸੀ ਦੇ ਮੁੱਦੇ ਦੀ, ਆਲ ਇੰਡੀਆ ਗੁਰਦੁਆਰਾ ਐਕਟ ਵਾਲੇ ਮੁੱਦੇ ਦੀ। ਨਹੀਂ ਦੇਖੋ, ਗੱਲ ਇਹ ਹੈਗਾ ਜੀ ਕਿ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਜਦੋਂ ਦੋ ਪਾਰਟਨਰਾਂ ਦੇ ਵਿੱਚ ਹੁੰਦੀਆਂ ਹੈਗੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ। ਪਰ ਇੱਕ ਗੱਲ ਬੜੀ ਕਲੀਅਰ ਹੈਗੀ ਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਟਾਈਮ ਦੇ ਵਿੱਚ ਜੋ ਮਹਿਸੂਸ ਕੀਤਾ ਹੈਗਾ ਉਹਦੇ ਮੁਤਾਬਕ ਨੰਬਰ 1 ਪੰਥਕ ਏਜੰਡਾ ਅਕਾਲੀ ਦਲ ਕਦੇ ਨਹੀਂ ਛੱਡੇਗਾ। ਨੰਬਰ 2 ਜਿਹੜਾ ਹੈਗਾ ਕਿਸਾਨੀ ਮੁੱਦੇ ਜਿਹੜਾ ਹੈਗਾ ਅਕਾਲੀ ਦਲ ਬਿਲਕੁਲ ਨਹੀਂ ਛੱਡੇਗਾ। ਤੀਜੀ ਗੱਲ, ਅੱਜ ਤੁਸੀਂ ਜਿਹੜਾ ਹੈਗਾ ਆਪਣੇ ਚੈਨਲ ਤੋਂ ਪਹਿਲਾਂ ਦਿਖਾ ਰਹੇ ਸੀ ਕਿ ਭਗਵੰਤ ਮਾਨ ਸਾਹਿਬ ਬੋਲ ਰਹੇ ਜੋ ਉਹਨਾਂ ਦਾ ਲਹਿਜਾ ਹੈਗਾ, ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਜੋੜ ਤੋੜ ਨਹੀਂ ਕੁਰਸੀ ਵੱਲ, ਉਹਨਾਂ ਦਾ ਮਤਲਬ ਅੰਦਾਜ਼ ਸੀ ਇਹ। ਮੈਂ ਇਹਨਾਂ ਨੂੰ ਪੁੱਛਦਾ ਕਿ ਇਹ ਅਲੀ ਬਾਬਾ 40 ਚੋਰ ਜਿਹੜੇ ਪਟਨੇ ਇਕੱਠੇ ਹੋ ਕੇ ਗਏ ਤੇ ਜਿਹੜੇ ਡੱਡੂਆਂ ਦੀ ਪੰਸੇਰੀ ਮੰਗਣਾ, 2 ਤਾਂ ਇਹ ਛਾਲ ਮਾਰ ਗਏ ਸੀ। ਮਮਤਾ ਬੈਨਰਜੀ ਕਹਿੰਦੇ ਕਿ ਜੀ ਜੇ ਸੀਪੀਆਈ ਐਮਐਲ ਨਾਲ ਜਿਹੜਾ ਹੈਗਾ ਰਾਹੁਲ ਸਾਹਿਬ ਜਿਹੜਾ ਹੈਗਾ ਕਾਂਗਰਸ ਸੁਲ੍ਹਾ ਕਰੇਗੀ ਤਾਂ ਮੈਂ ਵਿੱਚ ਨਹੀਂ ਰਹਿੰਦੀ ਹੈਗੀ। ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਦੀ ਜਿਹੜੀ ਪਾਰਟੀ ਹੈਗੀ ਆ ਉਹਦਾ ਕੀ ਹਾਲ ਹੋ ਗਿਆ, ਤੇਜਸਵੀ ਯਾਦਵ ਦਾ ਕੀ ਹਾਲ ਹੋ ਗਿਆ, ਔਰ ਇਹ ਤਾਂ ਭੱਜੇ ਦੇ ਭੱਜ ਹੀ ਗਏ ਵਿੱਚ ਤੇ। ਸੋ ਇਹ ਜਿਹੜਾ ਹੈਗਾ ਨਾ ਹਰ ਰੋਜ਼ ਨਾ ਮੈਂ ਜਵਾਬ ਲਾਉਂਗਾ ਇਸ ਦੇ ਜਿਹੜਾ ਹੈਗਾ ਜੀ, ਹਰ ਰੋਜ਼ ਜਿਹੜਾ ਹੈਗਾ ਇੱਕ ਬੇੜੀ ਦੀ ਤਰ੍ਹਾਂ ਜਿਹੜਾ ਹੈਗਾ ਸਾਰਾ ਕੁਝ ਲਹਿਰਾ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਮਸਲੇ ਕਿਵੇਂ ਸੁਲਝਦੇ ਹੈਗੇ ਆ ਇਹ ਆਉਣ ਵਾਲਾ ਟਾਈਮ ਦੱਸੇਗਾ। ਠੀਕ ਹੈ, ਚਲੋ ਜਵਾਬ ਲੈ ਲਈਏ ਬਹੁਤ ਛੋਟਾ। ਇੱਕ ਚੀਜ਼ ਮਾੜੀ ਜੀ, ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਪੰਜਾਬ ਦੇ ਵਿੱਚ ਲੋੜ ਹੈਗੀ ਆ ਪਾਰਟੀ ਗਠਬੰਧਨ ਦੀ, ਨਹੀਂ ਹਿੰਦੂ ਸਿੱਖ ਗਠਬੰਧਨ ਦੀ। ਇਹ ਪੁਰਾਣਾ ਨਾਰਾ ਹੈ ਬੀਜੇਪੀ ਅਕਾਲੀ ਦਲ ਦਾ। 9 ਮਾਸ ਦੇ ਰਿਸ਼ਤੇ ਦੇ ਵਿੱਚ ਜਿਹੜੀ ਧਾਰਮਿਕ ਸਾਂਝ ਦਾ ਜ਼ਿਕਰ ਅਕਾਲੀ ਦਲ ਬੀਜੇਪੀ ਪਹਿਲਾਂ ਕਰਦਾ ਹੈ। ਤਵਨ ਸਾਹਿਬ, ਮੈਂ ਚੰਨੀ ਜਾਣਾ ਤੁਹਾਡੇ ਕੋਲ। ਤਵਨ ਸਾਹਿਬ ਦੇਖੋ, ਮੈਂ ਧਾਰਨੀ ਜੀ ਦੀ ਗੱਲ ਨੂੰ ਬਹੁਤ ਛੋਟੇ ਸ਼ਬਦਾਂ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਤੁਹਾਡਾ ਗੜਜੋੜ ਸਾਡਾ ਗੜਜੋੜ ਮਜਬੂਰੀ। ਦੇਖੋ, ਮਜਬੂਰੀ ਦਾ ਗੱਲ ਪਤਾ ਨਹੀਂ, ਲੇਕਿਨ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਚਾਹੇ ਭਾਜਪਾ ਹੋਵੇ ਭਾਵੇਂ ਅਕਾਲੀ ਦਲ ਹੋਵੇ। ਇਹ ਸਿਰਫ ਲੋਕਾਂ ਨੂੰ ਵਿਖਾਣ ਵਕੇ ਵੱਖ-ਵੱਖ ਨੇ, ਲੇਕਿਨ ਅੰਦਰੋਂ ਅੱਜ ਇਹ ਇਕੱਠੇ ਨੇ। ਜੇ ਮੈਂ ਕੱਲ ਦਾ ਸਵਾਲ ਇਹਨਾਂ ਦਾ ਪੁੱਛਿਆ, ਧਾਰਨੀ ਸਾਹਿਬ ਉਸ ਗੱਲ ਦਾ ਜਵਾਬ ਨਹੀਂ ਦੇ ਰਹੇ। ਤੁਸੀਂ ਵੀ ਕੁਰਸੀ ਦੇ ਲਈ ਇਕੱਠੇ ਹੋ ਰਹੇ ਹੋ, ਤੁਸੀਂ ਵੀ ਕੁਰਸੀ ਦੇ ਲਈ ਇਕੱਠੇ ਹੋ ਰਹੇ ਹੋ। ਪਟਨਾ ਸਾਹਿਬ ਵਾਲੀ ਜਿਹੜੀ ਮੀਟਿੰਗ ਸੀ, ਦੇਖੋ ਜਿਸ ਤਰ੍ਹਾਂ ਦੇਸ਼ ਦੇ ਵਿੱਚ ਲੋਕਤੰਤਰ ਦਾ ਕਾਨ ਕੀਤਾ ਜਾ ਰਿਹਾ ਹੈ, ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀ ਹੈ ਔਰ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਅੱਜ ਸੰਵਿਧਾਨ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਅਸੀਂ ਲੋਕਤੰਤਰ ਲਈ ਇਕੱਠੇ ਹੋ ਰਹੇ ਹਾਂ, ਅਸੀਂ ਅੱਜ ਪੰਜਾਬ ਲਈ ਇਕੱਠੇ ਹੋ ਰਹੇ ਹਾਂ, ਅਸੀਂ ਭਾਰਤ ਲਈ ਇਕੱਠੇ ਹੋ ਰਹੇ ਹਾਂ। ਸੋ ਇਹ ਵੱਖ-ਵੱਖ ਚੀਜ਼ਾਂ ਨੇ, ਸਾਡੇ ਤਰਕ ਵੱਖਰੇ ਨੇ। ਅਸੀਂ ਅੱਜ ਪੰਜਾਬ ਦੇ ਲੋਕਾਂ ਲਈ, ਦੇਸ਼ ਦੇ ਲੋਕਾਂ ਲਈ ਇਕੱਠੇ ਹੋ ਰਹੇ ਹਾਂ। ਜਿਹੜਾ ਇਹ ਕਾਲੇ ਆਰਡੀਨੈਂਸ ਲਿਆਇਆ ਗਿਆ, ਤੁਸੀਂ ਉਸ ਬਾਰੇ ਗੱਲ ਕਰੋ, ਕਿਸ ਸਮੇਂ ਲਿਆਇਆ ਜਾਂਦਾ ਹੈ? ਜੇ ਸੁਪਰੀਮ ਕੋਰਟ ਵਿੱਚ ਛੁੱਟੀਆਂ ਪੈਂਦੀਆਂ ਨੇ ਔਰ ਰਾਤ 10 ਵਜੇ ਆਪਣਾ ਤੁਗਲਕੀ ਫਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ। ਸੋ ਇਹ ਕੀ ਹੋ ਰਿਹਾ ਹੈ? ਇਹ ਦਿੱਲੀ ਦੇ ਲੋਕਾਂ ਨਾਲ ਅੱਜ ਜੋ ਕੰਮ ਹੋਇਆ, ਇਹ ਕਿਸੇ ਵੀ ਸੂਬੇ ਵਿੱਚ ਹੋ ਸਕਦਾ ਹੈ, ਕਿਉਂਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਹਰ ਉਸ ਸੂਬੇ ਵਿੱਚ ਤਾਨਾਸ਼ਾਹੀ ਅਪਣਾਉਂਦੀ ਹੈ ਜਿੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ। ਸੋ ਚਾਹੇ ਅਕਾਲੀ ਦਲ ਹੈ ਜਾਂ ਭਾਜਪਾ ਹੈ, ਮੈਂ ਤਾਂ ਸਿੱਧੀ ਗੱਲ ਕਹਾਂਗਾ, ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇਹ ਸਿਰਫ ਲੋਕਾਂ ਵਾਸਤੇ ਵੱਖ ਨੇ, ਲੇਕਿਨ ਅੰਦਰੋਂ ਇਹ ਇਕੱਠੇ ਹੀ ਨੇ। ਤਵਨ ਸਾਹਿਬ, ਯੂਸੀਸੀ ਕੀ ਹੈ? ਚਲੋ ਜਵਾਬ ਲੈ ਲੈਣ ਤੋਂ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਚੰਨੀ ਜੀ, ਯੂਸੀਸੀ ਕੀ ਹੈ? ਚੰਨੀ ਜੀ, ਅਸੀਂ ਤਾਂ ਜਿਵੇਂ ਕਹਿੰਦੇ ਆ ਵੀ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇਹਦਾ ਸਿੱਕਾ ਹੀ ਨਹੀਂ ਹੈ। ਇਹ ਪਹਿਲਾਂ ਤਾਂ ਇਹ ਸਿੱਕਾ ਕਿੱਥੋਂ ਆ ਗਏ? ਇਹ ਦੱਸ ਕੇ ਕੇਜਰੀਵਾਲ ਜੀ ਦੇ। ਚਲੋ ਮੈਂ ਹੋਰ ਸਪੈਸੀਫਿਕ ਆਉਣਾ। ਤੁਸੀਂ ਦੇਖੋ ਉਹਨਾਂ ਦਾ ਜਵਾਬ ਦੇ ਰਹੇ ਹੋ, ਕਹਿ ਰਹੇ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ 15 ਪੋਲੀਟੀਕਲ ਪਾਰਟੀਆਂ ਪਟਨਾ 'ਚ ਇਕੱਠਾ ਹੋ ਗਈਆਂ। ਕਿ ਪੰਜਾਬ ਦੇ ਵਿੱਚ ਵੀ ਤੁਹਾਡੇ ਕੋਲ ਕੋਈ ਨਾਰਾ ਹੈ ਕਿ ਅਕਾਲੀ ਬੀਜੇਪੀ ਇਸ ਪੁਆਇੰਟ ਦੇ ਉੱਤੇ ਇਸ ਕਰਕੇ ਇਕੱਠੇ ਹੋਣ ਜਾਂ ਹੋ ਸਕਦੇ ਨੇ, ਜਾਂ ਗੱਲ ਚੱਲ ਰਹੀ ਹੈ? ਇਹ ਲੋਕਤੰਤਰ ਨੂੰ ਖਤਰਾ ਨਹੀਂ ਹੈਗਾ, ਇੱਕ ਫਾਸਿਸਟ ਬੰਦੇ ਨੇ। ਔਰ ਕੇਜਰੀਵਾਲ ਜਿਹੜਾ ਬੰਦਾ ਹੈਗਾ ਆਇਆ ਤਾਂ ਬੜਾ ਉਹਦੇ ਐਪਲੀਕੇਸ਼ਨਾਂ ਦੇ ਵਿੱਚ, ਪਰ ਜਿੰਨਾ ਉਹ
ਅਨਾਸ ਕਿੱਥੇ ਹੈਗਾ, ਕੋਈ ਬੰਦਾ ਨਹੀਂ ਹੋ ਸਕਦਾ। ਇਹਦਾ ਕੋਈ ਅਸੂਲ ਹੀ ਨਹੀਂ ਹੈਗਾ। ਆਪਾਂ ਕਿਹੜੇ ਚੰਨੀ ਸਾਹਿਬ ਦੇਸ਼ ਦੇ ਲੋਕਾਂ ਨੂੰ ਜਵਾਬ ਦਿਓ, ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ, ਗੱਲ ਨਾ ਘੁਮਾਓ, ਚੋਰ ਦਰਵਾਜ਼ੇ ਤੋਂ ਨਿਕਲਣ ਦਾ ਕੰਮ ਨਾ ਕਰੋ, ਪੰਜਾਬ ਦੇ ਲੋਕਾਂ ਨੂੰ ਜਵਾਬ ਦਿਓ। 3600 ਕਰੋੜ ਪੰਜਾਬ ਦਾ ਕਿਉਂ ਨਹੀਂ ਇਸ਼ੂ ਕੀਤਾ? ਦੱਸੋ ਪੰਜਾਬ ਦੀ ਅਦਾਇਗੀ ਕਿਉਂ ਨਹੀਂ ਹੋ ਰਹੀ? 3600 ਕਰੋੜ ਆਰਡੀਐਫ ਕਿੱਥੇ ਹੈ? ਚਲੋ ਜਵਾਬ ਦੇ ਲੈਣ ਤੋਂ ਸਰ ਉਹਨਾਂ ਨੂੰ ਸਮਾਂ ਖਤਮ ਹੋ ਰਿਹਾ। ਗੱਲ ਦਾ ਸਵਾਲ ਦਾ ਜਵਾਬ ਲੈ ਲੈਣਾ, ਜਵਾਬ ਦੇ ਲੈਣ ਤੋਂ ਆਰਡੀਐਫ ਤੇ ਆਪਾਂ ਬਹੁਤ ਤਫਸੀਲ ਦੇ ਵਿੱਚ ਗੱਲ ਕੀਤੀ ਹੈ। ਚੰਨੀ ਜੀ ਕੰਪਲੀਟ ਕਰ ਲਓ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਮੈਂ ਪੰਜਾਬ ਵਾਲੇ ਦੇ ਉੱਤੇ ਫੋਕਸ ਕਰ ਰਿਹਾ। ਮੈਂ ਸ਼ੁਰੂਆਤ ਕੀਤੀ ਸੀ ਕਿ ਕੋਈ ਖਬਰ ਦੇ ਦਿਓ। ਮੈਂ ਫਿਰ ਆਖਰੀ ਕਮੈਂਟ ਵੀ ਤੁਹਾਡਾ ਉਸੇ ਤਰੀਕੇ ਨਾਲ ਇਸ ਡਿਬੇਟ ਦੇ ਵਿੱਚ ਆਵਾਂਗਾ ਕਿ ਦੱਸ ਦਿਓ ਕਿ ਆਖਿਰ ਕੋਈ ਪੁਆਇੰਟ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਦੋਵੇਂ ਪਾਰਟੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਨੇ, ਅਕਾਲੀ ਦਲ ਤੇ ਬੀਜੇਪੀ ਪੰਜਾਬ 'ਚ। ਦੇਖੋ, ਪੰਜਾਬ ਦੀ ਬਿਹਤਰੀ ਵਾਸਤੇ ਕੋਈ ਬੰਦਾ ਵੀ ਅੱਗੇ ਆਂਦਾ ਹੈਗਾ, ਪੰਜਾਬ ਦੇ ਭਾਈਚਾਰੇ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ, ਪੰਜਾਬ ਦੀ ਸ਼ਾਂਤੀ ਵਾਸਤੇ। ਤੇ ਜਿਸ ਤਰ੍ਹਾਂ ਹੁਣ ਸ਼ਾਂਤੀ ਖਰਾਬ ਹੋਈ ਹੈ, ਹਰ ਰੋਜ਼ ਆਪਣਾ ਰੋਬਰੀ, ਲੂਟ, ਮਰਡਰ ਪਰੇ ਤੋਂ ਲੈ ਕੇ ਸਾਰਾ ਕੁਝ ਉਹ ਬੰਦ ਹੋਣਾ ਚਾਹੀਦਾ। ਲੋਕਾਂ ਨੂੰ ਪੀਸ ਚਾਹੀਦੀ ਹੈ, ਅਮਨ ਚਾਹੀਦਾ। ਚਲੋ ਮੇਰਾ ਇੱਕ ਆਖਰੀ ਕਮੈਂਟ ਮੈਂ ਪੰਦੇਟ ਸਾਹਿਬ ਤੁਹਾਡੇ ਤੋਂ ਜ਼ਰੂਰ ਚਾਹਾਂਗਾ ਕਿ ਐਲਾਨ ਬਾਕੀ ਹੈ, ਇਹ ਲੋਕ ਇਹ ਸਮਝਣ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਅਜੇ ਪਿਕਚਰ 'ਚ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ? ਕਿ ਇਹ 2024 ਇਕੱਠੇ ਅਕਾਲੀ ਦਲ ਬੀਜੇਪੀ ਲੜਨਗੇ? ਤਸਵੀਰ ਤਕਰੀਬਨ ਸਾਫ਼ ਹੋ ਰਹੀ ਹੈ? ਨਹੀਂ, ਮੈਨੂੰ ਹਾਲੇ ਤੱਕ ਤਸਵੀਰ ਸਾਫ਼ ਨਹੀਂ ਹੈਗੀ। ਜੀ, ਬਿਕਾਜ਼ ਮੈਂ ਜਿਹੜੇ ਪੁਆਇੰਟਸ ਚੱਕੇ ਆ ਕਿ ਹੁਣ ਇਸ਼ੂਜ਼ ਪਾਰਟੀ ਦੇ ਕੋਲੇ ਨਹੀਂ ਹੈ, ਦੂਸਰੇ ਬਹੁਤ ਸਾਰੇ ਹੋਰ ਫੈਕਟਰਸ ਵੀ ਨੇ ਜਿਹਦੀ ਤਫਸੀਲ ਦੇ ਨਾਲ ਆਪਾਂ ਨੂੰ ਗੱਲ ਕਰਨੀ ਹੈਗੀ ਆ। ਜਿਹੜੀ ਗਲੋਬਲ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਜਿਹੜੀਆਂ ਮਾਰਕੀਟ ਫੋਰਸਿਸ ਦੀਆਂ ਵੀ ਜਿਹੜੀਆਂ ਕੰਪਲਸ਼ਨਸ ਨੇ, ਉਹਨਾਂ ਦੇ ਸਾਹਮਣੇ ਕੀ ਹੁੰਦਾ ਉਹ ਵੀ ਦੇਖਣਾ ਪੈਣਾ। ਦੂਸਰੀ ਗੱਲ ਜਿਹੜਾ ਮੈਂ ਪਹਿਲੇ ਗੱਲ ਕੀਤੀ ਸੀ, ਦੋਨੋਂ ਜਿਹੜੇ ਲੀਡਰਸ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਨਰਿੰਦਰ ਮੋਦੀ, ਉਹ ਕਿੰਨਾ ਕੁ ਮਹਿਸੂਸ ਕਰਦੇ ਨੇ ਕਿ ਸਾਨੂੰ ਇਹ ਅਲਾਇੰਸ ਜ਼ਰੂਰੀ ਹੈ। ਕਿ ਉਹ ਆਪਣੀਆਂ ਜਿਹੜੀ ਪਾਵਰ ਪੋਲਿਟਿਕਸ ਹੈ ਉਹਦੇ ਵਿੱਚ ਇੱਕ ਦੂਜੇ ਦਾ ਸਾਥ ਮਹਿਸੂਸ ਕਰਦੇ ਆ, ਜਾਂ ਉਹ ਇਹ ਆਪਣਾ ਬ੍ਰੇਵਾਡੋ ਜਾਂ ਆਪਣੇ ਸਟੈਂਡ ਤੇ ਬਰਕਰਾਰ ਰਹਿਣਗੇ। ਇਹਦੇ ਵਿੱਚ ਜੇ ਅਸੀਂ ਕਹਿ ਸਕਦੇ ਹਾਂ ਨਰਿੰਦਰ ਮੋਦੀ ਖੁਦ ਉਹ ਇਸ ਵੇਲੇ ਪਾਵਰ 'ਚ ਨੇ, ਉਹਨਾਂ ਦੇ ਕੋਲੇ ਕਮਾਂਡਿੰਗ ਪੋਜੀਸ਼ਨ ਹੈ, ਤੇ ਅਕਾਲੀ ਦਲ ਕਾਫੀ ਮਾਰਜਨਲਾਈਜ਼ ਹੋ ਗਿਆ ਈਵਨ ਸਟੇਟ ਦੇ ਵਿੱਚ। ਉਹਨਾਂ ਨੂੰ ਰਿਵਾਈਵਲ ਵਾਸਤੇ ਕੋਈ ਨਾ ਕੋਈ ਪਲਾਨ ਚਾਹੀਦਾ, ਕੋਈ ਕਿਸੇ ਲੈਵਲ ਦੇ ਉੱਤੇ ਕੋਈ ਇੰਪੀਟਸ ਚਾਹੀਦਾ। ਸੋ ਅਕਾਲੀ ਦਲ ਦੀ ਮਜਬੂਰੀ ਹੋ ਸਕਦੀ ਹੈ ਕਿਸੇ ਲੈਵਲ ਦੇ ਉੱਤੇ, ਆਪਾਂ ਸਮਝ ਸਕਦੇ ਹਾਂ। ਪਰ ਹਾਲੇ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਪਰਤਾਂ ਕਈ ਖੁੱਲਣਗੀਆਂ, ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਹੈਗੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਮੈਂ ਹੁਣ ਬੜਾ ਨੇੜਿਓਂ ਦੇਖਦਾ, ਉਹਨਾਂ ਦੀ ਸਿਆਸਤ ਕਰਨ ਦੇ ਤੌਰ ਤਰੀਕੇ ਵੀ ਬਦਲ ਰਹੇ ਨੇ। ਉਹ ਕੀ ਰੰਗ ਲੈ ਕੇ ਆਉਂਦੇ ਨੇ, ਪਾਰਟੀ ਦੇ ਅੰਦਰੋਂ ਕੀ ਆਵਾਜ਼ ਆਉਂਦੀ ਆ, ਗਰਾਊਂਡ ਸਵੈਲ। ਇੱਕ ਆਪਾਂ ਭੁੱਲ ਜਾਂਦੇ ਆ ਕਿ ਪੰਜਾਬ ਦੇ ਵਿੱਚ ਇੱਕ ਪੀਪਲਜ਼ ਏਜੰਡਾ ਜਿਹੜਾ ਹੈਗਾ, ਉਹ ਪੀਪਲਜ਼ ਏਜੰਡਾ ਕਿੱਥੋਂ ਡਿਕਟੇਟ ਕਰੇਗਾ, ਉਹਦੇ ਤੇ ਕਿਹੜੀ ਪਾਰਟੀ ਰਿਸਪੌਂਡ ਕਰੇਗੀ, ਉਹ ਵੀ ਦੇਖਣ ਵਾਲੇ ਕਈ ਫੈਕਟਰਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਜੀ ਬਿਲਕੁਲ, ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਅਲੱਗ-ਅਲੱਗ ਫੈਕਟਰਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਜਾਂ ਜਿਨ੍ਹਾਂ ਨੂੰ ਦੇਖਣਾ ਹੋਏਗਾ। ਖਾਸ ਤੌਰ ਤੇ ਦੋਵੇਂ ਪੋਲੀਟੀਕਲ ਪਾਰਟੀਆਂ ਜਾਂ ਟਾਪ ਮੋਸਟ ਜਿਹੜੇ ਉਹਨਾਂ ਦੇ ਲੀਡਰਸ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਸੁਖਬੀਰ ਸਿੰਘ ਬਾਦਲ ਤੇ ਦੇਸ਼ ਦੇ ਪ੍ਰਧਾਨ ਮੰਤਰੀ। ਪਾਰਟੀਆਂ ਦਾ ਜਿਹੜਾ ਆਪਣੇ ਨੈਸ਼ਨਲ ਲੈਵਲ ਤੇ ਉਹਨਾਂ ਦਾ ਗੱਠਜੋੜ ਕਿੱਥੇ ਨੂੰ ਜਾਂਦਾ, ਔਰ ਉਹ ਨਰਿੰਦਰ ਮੋਦੀ ਨੂੰ ਕਿੰਨਾ ਥ੍ਰੈਟਨ ਕਰਦੇ ਆ ਕਿ ਨਰਿੰਦਰ ਮੋਦੀ ਨੂੰ ਵੀ ਆਪਣਾ ਹੋਰ ਅਲਾਇੰਸ ਪਾਰਟਨਰਸ ਲੱਭਣ ਦੀ ਲੋੜ ਪਵੇ, ਉਹ ਵੀ ਦੇਖਣ ਦੀ ਲੋੜ ਪਏ। ਬਿਲਕੁਲ ਸਰ, ਸ਼ੁਕਰੀਆ, ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਬਹੁਤ ਜਿਹੜਾ ਆਖਿਰ ਦੇ ਵਿੱਚ ਵੀ ਪੁਆਇੰਟ ਆਏ ਬਹੁਤ ਇੰਪੋਰਟੈਂਟ ਸੀ। ਸ਼ੁਕਰੀਆ ਪੰਦੇਟ ਸਾਹਿਬ, ਚੰਨੀ ਜੀ, ਧਾਰਨੀ ਸਾਹਿਬ ਧੰਨਵਾਦ, ਧਵਨ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਬਹੁਤ ਇੰਟਰਸਟਿੰਗ ਇਸ ਕਰਕੇ ਹੈ ਕਿਉਂਕਿ ਜੇਕਰ ਦੇਸ਼ ਦੇ ਵਿੱਚ ਇੱਕ ਪੈਰਲਰ ਬਣਦਾ ਹੈ, ਕੇਂਦਰ ਦੀ ਸਰਕਾਰ ਇਸ ਸਮੇਂ ਬੀਜੇਪੀ ਦੀ, ਉਹਨਾਂ ਦੇ ਵਿਰੋਧੀ ਇਕੱਠੇ ਹੋ ਕੇ ਜੇ ਇਲੈਕਸ਼ਨ ਦੇ ਵਿੱਚ ਨਿੱਤਰਦੇ ਨੇ, ਇੱਕ ਗਠਜੋੜ ਬਣਦਾ ਹੈ, ਤਾਂ ਦੂਜੇ ਪਾਸੇ ਬੀਜੇਪੀ ਵੀ ਚਾਹੇਗੀ ਕਿ ਕੁਝ ਅਲਾਇੰਸ ਜਾਂ ਜਿਹੜੇ ਉਹਨਾਂ ਦੇ ਪੁਰਾਣੇ ਪਾਰਟਨਰਸ ਨੇ ਉਹ ਵਾਪਸ ਆ ਜਾਣ, ਐਨਡੀਏ ਦੁਬਾਰਾ ਐਗਜ਼ਿਸਟ ਕਰੇ, ਤਾਂ ਕਿ ਵਾਕਈ ਉਸ ਦਿਸ਼ਾ ਦੇ ਵਿੱਚ ਸੋਚ ਕੇ ਬੀਜੇਪੀ ਕਦਮ ਵਧਾ ਸਕਦੀ ਹੈ ਤੇ ਨੈਗੋਸ਼ੀਏਬਲ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗਠਜੋੜ ਕਰ ਸਕਦੀ ਹੈ। ਦੂਜਾ ਪੁਆਇੰਟ ਇਹ ਵੀ ਹੈ ਕਿ ਅਕਾਲੀ ਦਲ ਦੇ ਕੋਲ ਇਸ ਸਮੇਂ ਕਿਹੜੇ ਬਦਲ ਬਚਦੇ ਨੇ, ਕਿ ਵਾਕਈ ਅਕਾਲੀ ਦਲ ਜੇ ਬਿਲਕੁਲ ਰਿਵਾਈਵਲ ਦੇ ਤੌਰ ਦੇ ਉੱਤੇ ਖੁਦ ਨੂੰ ਦੇਖ ਰਿਹਾ ਹੈ ਔਰ ਬਿਨਾਂ ਸਪੋਰਟ ਤੋਂ, ਬੀਜੇਪੀ ਦੀ ਬਿਨਾਂ ਸਪੋਰਟ ਤੋਂ, ਕਿ ਵਾਕਈ ਉਸ ਤਰੀਕੇ ਨਾਲ ਪਰਫਾਰਮੈਂਸ ਵਾਪਸ ਕਰ ਸਕਦਾ ਹੈ ਕਿ ਨਹੀਂ, ਉਸ ਦੇ ਉੱਤੇ ਵੀ ਲਾਜ਼ਮੀ ਤੌਰ ਤੇ ਮੰਥਨ ਚੱਲ ਰਿਹਾ ਹੋਏਗਾ। ਔਰ ਖਾਸ ਤੌਰ ਤੇ ਦੋਵੇਂ ਪਾਰਟੀਆਂ ਜਿਹੜੀਆਂ ਯੂਨਿਟਸ ਨੇ ਪੰਜਾਬ ਦੇ ਵਿੱਚ, ਡਿਸਟ੍ਰਿਕਟ ਲੈਵਲ ਦੇ ਉੱਤੇ, ਬਲਾਕ ਲੈਵਲ ਦੇ ਉੱਤੇ, ਉਹਨਾਂ ਤੋਂ ਵੀ ਫੀਡਬੈਕ ਲੈਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀਆਂ ਹੋਣਗੀਆਂ ਕਿ ਇਹ ਫੀਡਬੈਕ ਆਏ, ਉਸ ਤੋਂ ਬਾਅਦ ਜਿਹੜੀ ਟਾਪ ਲੀਡਰਸ਼ਿਪ ਆ ਉਹ ਡਿਸਾਈਡ ਕਰੇ ਕਿ ਗਠਜੋੜ ਕਰਨਾ ਹੈ ਜਾਂ ਨਹੀਂ ਕਰਨਾ। ਪਰ ਚਰਚਾਵਾਂ ਬਹੁਤ ਨੇ ਇਸ ਸਮੇਂ,
ਤੇ ਖੰਡਨ ਵੀ ਸਾਰੇ ਕਰ ਰਹੇ ਨੇ, ਬੀਜੇਪੀ ਵਾਲੇ ਵੀ ਅਕਾਲੀ ਵਾਲੇ ਵੀ। ਪਰ ਦੇਖਣਾ ਹੋਏਗਾ ਕਿ ਅਗਲੇ 2-4 ਦਿਨ ਦੇ ਵਿੱਚ 10 ਤਰੀਕ ਦੇ ਆਸ-ਪਾਸ ਕਰੀਬ ਅਗਲੇ 15 ਦਿਨਾਂ ਦੇ ਵਿੱਚ ਕੀ ਕੁਝ ਰੂਪਰੇਖਾ ਗਠਜੋੜ ਦੀ ਤੈਅ ਹੁੰਦੀ ਹੈ ਜਾਂ ਨਹੀਂ।